ਗੁੱਡ ਮਾਰਨਿੰਗ ਅਤੇ ਸਤਿ ਸ਼੍ਰੀ ਅਕਾਲ ਸਾਰੇ ਬੱਚਿਆਂ ਨੂੰ। ਮੇਰਾ ਨਾਮ ਡਾਕਟਰ ਨਵਰੂਪ ਕੌਰ ਬਾਜਵਾ ਹੈ। ਮੈਂ ਪੇਸ਼ੇ ਤੋਂ ਬੱਚਿਆਂ ਦੀ ਮਾਹਿਰ ਡੈਂਟਿਸਟ ਹਾਂ, ਯਾਨੀ ਕਿ ਪ੍ਰੋਫੈਸ਼ਨ ਤੋਂ ਮੈਂ ਇੱਕ ਪੀਡੀਆਟ੍ਰਿਕ ਡੈਂਟਿਸਟ ਹਾਂ। ਔਰ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਮੂੰਹ ਦੀ ਸਿਹਤ ਬਾਰੇ ਕੁਝ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਆਈ ਹਾਂ। ਸੋ ਆਈ ਹੋਪ ਕਿ ਇਸ ਜਾਣਕਾਰੀ ਦਾ ਤੁਸੀਂ ਸਾਰੇ ਬਹੁਤ ਫਾਇਦਾ ਚੱਕੋਗੇ। ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਮੈਂ ਸਟੇਟ ਨੋਡਲ ਆਫਿਸਰ ਹਾਂ ਨੈਸ਼ਨਲ ਓਰਲ ਹੈਲਥ ਪ੍ਰੋਗਰਾਮ ਪੰਜਾਬ ਲਈ। ਸੋ ਸਭ ਤੋਂ ਪਹਿਲਾਂ ਅਸੀਂ ਦੰਦਾਂ ਦੀ ਬਿਮਾਰੀ ਜਾਂ ਦੰਦਾਂ ਦੀ ਸੜਨ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਜਾਣਾਂਗੇ ਕਿ ਜੋ ਦੰਦ ਹਨ ਉਹ ਕਿਸ ਚੀਜ਼ ਦੇ ਬਣੇ ਹੋਏ ਨੇ। ਸੋ ਤੁਸੀਂ ਦੇਖ ਸਕਦੇ ਹੋਗੇ ਕਿ ਸਾਡੇ ਕੋਲ ਦੋ ਡਾਇਗਰਾਮਸ ਹਨ। ਸੋ ਪਹਿਲਾ ਜੋ ਹੈ ਉਹ ਇੱਕ ਦੰਦ ਦਾ ਅੰਦਰੂਨੀ ਸਟਰਕਚਰ ਹੈ, ਕਿਸ ਚੀਜ਼ ਦਾ ਦੰਦ ਬਣਿਆ ਹੁੰਦਾ ਹੈ। ਸੋ ਸਭ ਤੋਂ ਉੱਪਰ ਤੁਸੀਂ ਦੇਖ ਸਕਦੇ ਹੋ ਇੱਕ ਚਿੱਟੇ ਰੰਗ ਦੀ ਪਰਤ ਹੈ ਜਿਹਨੂੰ ਅਸੀਂ ਇਨੈਮਲ ਕਹਿੰਦੇ ਹਾਂ। ਇਹ ਜੋ ਇਨੈਮਲ ਹੈ ਇਹ ਹੱਡੀ ਤੋਂ ਵੀ ਜ਼ਿਆਦਾ ਮਜ਼ਬੂਤ ਸਟਰਕਚਰ ਹੁੰਦਾ ਹੈ। ਸੋ ਕਿਹਾ ਜਾਂਦਾ ਹੈ ਕਿ ਜੋ ਮਨੁੱਖ ਦਾ ਸਰੀਰ ਹੈ ਉਹਦੇ ਵਿੱਚ ਸਭ ਤੋਂ ਜੋ ਸਖਤ ਪਦਾਰਥ ਹੈ ਉਹ ਇਨੈਮਲ ਹੀ ਹੈ। ਸੋ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੇ ਦੰਦ ਕਿੰਨੇ ਮਜ਼ਬੂਤ ਹੁੰਦੇ ਹਨ। ਉਸ ਤੋਂ ਥੱਲੇ ਤੁਸੀਂ ਦੇਖ ਸਕਦੇ ਹੋ ਇੱਕ ਪੀਲੇ ਰੰਗ ਦਾ ਸਟਰਕਚਰ ਹੈ ਜਿਸਨੂੰ ਅਸੀਂ ਡੈਂਟੀਨ ਆਖਦੇ ਹਾਂ। ਔਰ ਸਭ ਤੋਂ ਅੰਦਰ ਹੁੰਦੀ ਹੈ ਦੰਦ ਦੀ ਨਸ। ਦੰਦ ਦੀ ਨਸ ਯਾਨੀ ਕਿ ਜਿੱਥੋਂ ਦੰਦ ਨੂੰ ਬਲੱਡ ਦੀ ਸਪਲਾਈ, ਖੂਨ ਦੀ ਸਪਲਾਈ ਮਿਲਦੀ ਹੈ ਅਤੇ ਨਸ ਦੀ ਸਪਲਾਈ ਵੀ ਮਿਲਦੀ ਹੈ। ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਡਾਇਗਰਾਮਸ ਹਨ। ਦੰਦ ਕਿੰਨੇ ਕਿਸਮ ਦੇ ਹੁੰਦੇ ਹਨ। ਸਾਡੇ ਜੋ ਮੂੰਹ ਵਿੱਚ 4 ਕਿਸਮ ਦੇ ਦੰਦ ਹੁੰਦੇ ਹਨ। ਸਭ ਤੋਂ ਅੱਗੇ ਜੋ ਪੀਲੇ ਰੰਗ ਦੇ ਹਨ ਉਹਨਾਂ ਨੂੰ ਅਸੀਂ ਇਨਸਾਈਜ਼ਰਸ, ਜਿਹੜੇ ਅਸੀਂ ਸਮਾਈਲ ਕਰਦੇ ਹਾਂ ਜੋ ਦੰਦ ਨਜ਼ਰ ਆਉਂਦੇ ਹਨ ਉਹਨਾਂ ਨੂੰ ਅਸੀਂ ਇਨਸਾਈਜ਼ਰਸ ਆਖਦੇ ਹਾਂ। ਜੋ ਸੂਹੇ ਦੰਦ ਹੁੰਦੇ ਹਨ ਉਹਨਾਂ ਨੂੰ ਅਸੀਂ ਕੈਨਾਈਨਸ ਆਖਦੇ ਹਾਂ। ਉਸ ਤੋਂ ਪਿੱਛੇ ਜੋ ਤੁਸੀਂ ਦੇਖ ਸਕਦੇ ਹੋ ਸੰਤਰੀ ਰੰਗ ਦੇ 2 ਦੰਦ ਹਨ ਉਹਨਾਂ ਨੂੰ ਅਸੀਂ ਪ੍ਰੀਮੋਲਰਸ ਆਖਦੇ ਹਾਂ। ਔਰ ਆਖਰੀ ਵਿੱਚ ਜੋ ਜੜ੍ਹਾਂ ਹਨ ਉਹਨਾਂ ਨੂੰ ਅਸੀਂ ਮੋਲਰਸ ਆਖਦੇ ਹਾਂ। ਸੋ ਇਹ ਤੁਸੀਂ ਸੋਚ ਰਹੇ ਹੋਗੇ ਕਿ ਇਹ ਇੰਨੇ ਕਿਸਮ ਦੇ ਦੰਦ ਕਿਉਂ ਹਨ ਮੂੰਹ ਵਿੱਚ, ਕਿਉਂਕਿ ਇਹ ਹਰ ਇੱਕ ਕਿਸਮ ਦਾ ਇੱਕ ਆਪਣਾ ਫੰਕਸ਼ਨ ਹੈ। ਜੋ ਇਨਸਾਈਜ਼ਰਸ ਹਨ ਉਹ ਸਾਨੂੰ ਜਦੋਂ ਵੀ ਅਸੀਂ ਕਿਸੇ ਮੂੰਹ ਵਿੱਚ ਇੱਕ ਬੁਰਕੀ ਲੈ ਕੇ ਜਾਂਦੇ ਹਾਂ ਸੋ ਅਸੀਂ ਹਮੇਸ਼ਾ ਇਨਸਾਈਜ਼ਰਸ ਦਾ ਇਸਤੇਮਾਲ ਕਰਦੇ ਹਾਂ ਉਸਨੂੰ ਤੋੜਨ ਲਈ। ਜੋ ਕੈਨਾਈਨਸ ਹਨ ਉਹ ਸਾਡੇ ਜੋ ਮੂੰਹ ਦੇ ਸਭ ਤੋਂ ਮਜ਼ਬੂਤ ਦੰਦ ਹਨ ਔਰ ਕੋਈ ਵੀ ਜੋ ਸਖਤ ਪਦਾਰਥ ਹੈ ਉਸਨੂੰ ਤੋੜਨ 'ਚ ਸਾਡੀ ਮਦਦ ਕਰਦੇ ਹਨ। ਔਰ ਜੋ ਪਿਛਲੇ ਦੰਦ ਹਨ ਪ੍ਰੀਮੋਲਰਸ ਐਂਡ ਮੋਲਰਸ ਉਹ ਸਾਡੀ ਦੰਦ ਜੋ ਸਾਡਾ ਖਾਣਾ ਹੈ ਉਸਨੂੰ ਚਬਾਉਣ ਵਿੱਚ ਮਦਦ ਕਰਦੇ ਹਨ। ਸੋ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਦੰਦ ਹੁੰਦੇ ਹਨ ਉਹ 2 ਤਰੀਕੇ ਦੇ ਨੇ, ਦੁੱਧ ਦੇ ਦੰਦ ਅਤੇ ਪੱਕੇ ਦੰਦ। ਔਰ ਬਹੁਤ ਵਾਰ ਅਸੀਂ ਦੇਖਿਆ ਹੈ ਸਾਡੇ ਦੇਸ਼ ਵਿੱਚ ਲੋਕਾਂ ਦੀ ਇਹ ਸੋਚ ਹੈ ਕਿ ਜੋ ਦੁੱਧ ਦੇ ਦੰਦ ਹਨ ਉਹ ਸਮੇਂ ਨਾਲ ਝੜ ਜਾਂਦੇ ਹਨ, ਸੋ ਉਹਨਾਂ ਦੀ ਕੋਈ ਵੀ ਦੇਖਭਾਲ ਜਾਂ ਉਹਨਾਂ ਦਾ ਰੱਖ ਰਖਾਵ ਕਰਨ ਦੀ ਬਹੁਤੀ ਜ਼ਰੂਰਤ ਨਹੀਂ ਹੈ। ਸੋ ਸਾਡਾ ਸਵਾਲ ਇਹ ਹੈ ਕਿ ਦੁੱਧ ਦੇ ਦੰਦ ਪੱਕੇ ਦੰਦਾਂ ਜਿੰਨੇ ਹੀ ਜ਼ਰੂਰੀ ਹਨ। ਇਹਦਾ ਜਵਾਬ ਹੈ ਹਾਂ, ਬਿਲਕੁਲ। ਜੋ ਦੁੱਧ ਦੇ ਦੰਦ ਹਨ ਉਹ ਉਨੇ ਹੀ ਜ਼ਰੂਰੀ ਹਨ ਜਿੰਨੇ ਕਿ ਪੱਕੇ ਦੰਦ ਜ਼ਰੂਰੀ ਹੁੰਦੇ ਹਨ। ਸੋ ਪਹਿਲੀ ਕੁਝ ਜਿਹੜੇ ਸਾਡੇ ਦੇਸ਼ ਵਿੱਚ ਸੋਚ ਹੈ ਜੋ ਗਲਤ ਹੈ, ਮੈਂ ਉਸ ਚੀਜ਼ ਬਾਰੇ ਤੁਹਾਨੂੰ ਜਾਣੂ ਕਰਨਾ ਚਾਹਾਂਗੀ। ਜੋ ਦੁੱਧ ਦੇ ਦੰਦ ਹਨ ਉਹ 11 ਸਾਲ ਦੀ ਉਮਰ ਤੱਕ ਬੱਚੇ ਦੇ ਮੂੰਹ ਵਿੱਚ ਰਹਿੰਦੇ ਹਨ। ਸੋ ਤੁਸੀਂ ਸਾਰੇ ਜਾਣਦੇ ਹੋ ਸਭ ਤੋਂ ਪਹਿਲਾਂ ਦੁੱਧ ਦਾ ਦੰਦ 6 ਮਹੀਨੇ ਦੀ ਉਮਰ ਤੇ ਨਿਕਲ ਆਉਂਦਾ ਹੈ ਔਰ 11 ਸਾਲ ਦੀ ਲੰਬੀ ਉਮਰ ਤੱਕ ਇਹ ਜੋ ਦੰਦ ਹਨ ਉਹ ਬੱਚੇ ਦੇ ਮੂੰਹ ਵਿੱਚ ਰਹਿੰਦੇ ਹਨ। ਸੋ ਜੋ ਚੀਜ਼ ਇੰਨਾ ਲੰਬਾ ਸਮਾਂ ਤੁਹਾਡੇ ਮੂੰਹ ਵਿੱਚ ਹੈ ਉਹਦਾ ਰੱਖ ਰਖਾਵ ਬਹੁਤ ਜ਼ਰੂਰੀ ਹੈ। ਦੂਸਰੀ ਚੀਜ਼, ਜੋ ਦੁੱਧ ਦੇ ਦੰਦ ਹਨ ਤੁਸੀਂ ਸਾਰੇ ਜਾਣਦੇ ਹੋ ਜਦੋਂ ਇੱਕ ਛੋਟਾ ਬੱਚਾ ਸਮਾਈਲ ਦਿੰਦਾ ਹੈ, ਹੱਸਦਾ ਹੈ, ਸੋ ਉਹਦੀ ਜੋ ਮੁਸਕਰਾਹਟ ਦੀ ਖੂਬਸੂਰਤੀ ਹੈ ਉਹ ਦੁੱਧ ਦੇ ਦੰਦਾਂ ਦੀ ਵਜ੍ਹਾ ਤੋਂ ਹੀ ਹੁੰਦੀ ਹੈ। ਤੀਸਰੀ ਚੀਜ਼, ਜੋ ਸਾਡੇ ਜਬਾੜੇ ਹਨ ਜਾਂ ਜਬੜੇ ਹਨ ਉਹਨਾਂ ਦੀ ਜੋ ਗਰੋਥ ਹੈ ਉਹ ਦੁੱਧ ਦੇ ਦੰਦਾਂ ਦੀ ਵਜ੍ਹਾ ਤੋਂ ਹੀ ਸਹੀ ਹੁੰਦੀ ਹੈ। ਜੇ ਦੁੱਧ ਦੇ ਦੰਦ ਨਹੀਂ ਹੋਣਗੇ ਤਾਂ ਜੋ ਸਾਡੇ ਜਬਾੜੇ ਹਨ ਉਹਨਾਂ ਦੀ ਗਰੋਥ ਕਦੀ ਵੀ ਪ੍ਰੋਪਰ ਨਹੀਂ ਹੋ ਪਾਏਗੀ। ਉਸ ਤੋਂ ਅਗਲੀ ਚੀਜ਼ ਹੈ ਜੋ ਦੁੱਧ ਦੇ ਦੰਦ ਹਨ, ਜੇ ਤੁਹਾਡੇ ਦੁੱਧ ਦੇ ਦੰਦ ਵਿੱਚ ਬਹੁਤ ਜ਼ਿਆਦਾ ਕੀੜਾ ਲੱਗਣ ਦੀ ਚਾਂਸਸ ਹਨ ਤਾਂ ਉਨੇ ਹੀ ਜ਼ਿਆਦਾ ਚਾਂਸਸ ਹੋਣਗੇ ਕਿ ਤੁਹਾਡੇ ਪੱਕੇ ਦੰਦਾਂ ਵਿੱਚ ਵੀ ਕੀੜਾ ਲੱਗੇਗਾ। ਸੋ ਇਹ ਸੋਚ ਲੈਣਾ ਕਿ ਜੇ ਦੁੱਧ ਦੇ ਦੰਦ ਨੂੰ ਕੀੜਾ ਲੱਗ ਵੀ ਗਿਆ ਹੈ ਤਾਂ ਕੋਈ ਇੰਨੀ ਵੱਡੀ ਗੱਲ ਨਹੀਂ, ਇਹ ਸਮੇਂ ਨਾਲ ਝੜ ਜਾਣਗੇ, ਇਹ ਬਹੁਤ ਗਲਤ ਸੋਚ ਹੈ। ਜੇ ਦੁੱਧ ਦੇ ਦੰਦਾਂ ਨੂੰ ਕੀੜਾ ਲੱਗਿਆ ਹੈ ਤਾਂ ਪੱਕੇ ਦੰਦਾਂ ਨੂੰ ਵੀ ਉਨੀ ਹੀ ਤੇਜ਼ੀ ਨਾਲ ਕੀੜਾ ਲੱਗੇਗਾ। ਚੌਥਾ ਜੋ ਇੰਪੋਰਟੈਂਟ ਪੁਆਇੰਟ ਹੈ, ਦੁੱਧ ਦੇ ਦੰਦ ਜੋ ਛੋਟੇ ਬੱਚੇ ਨੂੰ ਦੁੱਧ ਦੇ ਦੰਦ ਖਾਣਾ ਚਬਾਉਣ ਵਿੱਚ ਬਹੁਤ ਮਦਦ ਕਰਦੇ ਹਨ। ਤੁਸੀਂ ਸਾਰੇ ਜਾਣਦੇ ਹੋ ਇੱਕ ਬੱਚਾ 1 ਸਾਲ ਦੀ ਉਮਰ ਤੱਕ ਹੀ ਦੁੱਧ ਪੀ ਪਾਉਂਦਾ ਹੈ, ਮਾਂ ਦਾ ਹੋਏ ਜਾਂ ਬੋਟਲ ਦਾ ਦੁੱਧ ਹੋਏ। ਉਸ ਤੋਂ ਬਾਅਦ ਅਸੀਂ ਸਭ ਉਹਨੂੰ ਜੋ
ਖਾद्य ਪਦਾਰਥ ਨੇ ਉਹਨਾਂ ਉੱਤੇ ਲੈ ਕੇ ਆਉਂਦੇ ਆ। ਸੋ ਜੇ ਬੱਚੇ ਦੇ ਦੰਦ ਹੀ ਨਹੀਂ ਹੋਣਗੇ, ਉਹ ਇੱਕ ਬਜ਼ੁਰਗ ਵਰਗਾ ਹੋਏਗਾ ਜਿਹਦੇ ਦੰਦ ਨਹੀਂ ਆ ਔਰ ਉਹ ਕੁਝ ਖਾ ਨਹੀਂ ਸਕਦਾ। ਸੋ ਆਪਣੇ ਦੁੱਧ ਦੇ ਦੰਦਾਂ ਦੀ ਵੀ ਉਨੀ ਹੀ ਦੇਖਭਾਲ ਕਰੋ ਜਿੰਨੀ ਤੁਸੀਂ ਆਪਣੇ ਪੱਕੇ ਦੰਦਾਂ ਦੀ ਕਰਦੇ ਹੋ। ਇਹ ਜੋ ਸਲਾਈਡ ਹੈ, ਇੱਥੇ ਤੁਸੀਂ ਜੋ ਦੇਖ ਪਾ ਰਹੇ ਹੋ, ਥੱਲੇ ਤੁਸੀਂ ਦੇਖ ਰਹੇ ਹੋਗੇ ਲਿਖਿਆ ਹੈ ਟੁੱਥ ਸਰਫੇਸ। ਸੋ ਦੰਦਾਂ ਦੀ ਜੋ ਬਿਮਾਰੀਆਂ ਹਨ ਉਹਨਾਂ ਦਾ ਕਾਰਨ ਕੀ ਹੈ? ਦੰਦਾਂ ਦੀ ਬਿਮਾਰੀਆਂ ਦਾ ਕਾਰਨ ਰੱਖ ਰਖਾਵ ਦੀ ਜਦੋਂ ਅਸੀਂ ਵੀ ਦੰਦਾਂ ਦਾ ਰੱਖ ਰਖਾਵ ਚੰਗੇ ਤਰੀਕੇ ਨਾਲ ਨਹੀਂ ਕਰਦੇ, ਜੋ ਤਰੀਕਾ ਹੈ ਉਹ ਗਲਤ ਹੈ, ਉਸ ਦੀ ਵਜ੍ਹਾ ਤੋਂ ਦੰਦ ਦੀ ਬਿਮਾਰੀ ਸ਼ੁਰੂ ਹੁੰਦੀ ਹੈ, ਚਾਹੇ ਉਹ ਬਿਮਾਰੀ ਦੰਦਾਂ ਦੀ ਸੜਨ ਹੋਏ ਜਾਂ ਫਿਰ ਮਸੂੜਿਆਂ ਦੀ ਬਿਮਾਰੀ ਹੋਏ। ਸੋ ਇਹ ਬਿਮਾਰੀ ਸ਼ੁਰੂ ਕਿੱਦਾਂ ਹੁੰਦੀ ਹੈ? ਜਦੋਂ ਅਸੀਂ ਬ੍ਰਸ਼ ਕਰ ਲੈਂਦੇ ਹਾਂ ਉਸ ਤੋਂ ਕਮ ਸੇ ਕਮ 20 ਮਿੰਟ ਤੋਂ ਬਾਅਦ ਦੰਦਾਂ ਦੇ ਉੱਤੇ ਇੱਕ ਪਤਲੀ ਪਰਤ ਬਣ ਜਾਂਦੀ ਹੈ ਜਿਸ ਨੂੰ ਅਸੀਂ ਪਲਾਕ ਕਹਿੰਦੇ ਹਾਂ। ਇਹ ਜੋ ਪਰਤ ਹੈ ਇਸ ਵਿੱਚ ਬਹੁਤ ਤਰੀਕੇ ਦੇ ਕੀਟਾਣੂ ਪਾਏ ਜਾਂਦੇ ਹਨ। ਇੱਦਾਂ ਕਿਹਾ ਜਾਂਦਾ ਹੈ ਕਿ 1 ਮਿਲੀਗ੍ਰਾਮ ਪਲਾਕ ਦੀ ਪਰਤ ਵਿੱਚ 2 ਮਿਲੀਅਨ ਕੀਟਾਣੂ ਹੁੰਦੇ ਹਨ। ਸੋ ਤੁਸੀਂ ਸੋਚ ਸਕਦੇ ਹੋ, ਤੁਸੀਂ ਸਲਾਈਡ ਤੇ ਦੇਖ ਵੀ ਸਕਦੇ ਹੋਗੇ ਕਿੰਨੇ ਤਰੀਕੇ ਦੇ ਕੀਟਾਣੂ ਇਸ ਪਲਾਕ ਵਿੱਚ ਹੁੰਦੇ ਹਨ। ਸੋ ਇਹ ਕੀਟਾਣੂ ਕੀ ਕਰਦੇ ਹਨ? ਜਿੱਦਾਂ ਹੀ ਪਲਾਕ ਦੀ ਪਰਤ ਦੰਦਾਂ ਉੱਤੇ ਜੰਮਦੀ ਹੈ, ਇਹ ਕੀਟਾਣੂ ਤੇਜ਼ਾਬ ਬਣਾਉਂਦੇ ਹਨ। ਅਸੀਂ ਕੁਝ ਮਿੱਠਾ ਖਾਂਦੇ ਹਾਂ, ਉਹ ਮਿੱਠਾ ਇਹ ਕੀਟਾਣੂ ਕੀ ਕਰਦੇ? ਉਸ ਮਿੱਠੇ ਪਦਾਰਥ ਦਾ ਤੇਜ਼ਾਬ ਬਣਾਉਂਦੇ ਹਨ ਔਰ ਉਹੀ ਤੇਜ਼ਾਬ ਦੰਦਾਂ ਦੀ ਸੜਨ ਕਰਦਾ ਹੈ। ਸੋ ਇਸ ਤੋਂ ਬਾਅਦ ਮੇਰਾ ਜੋ ਅਗਲਾ ਸਵਾਲ ਹੈ ਕਿ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ 20 ਮਿੰਟ ਤੋਂ ਬਾਅਦ ਇਹ ਪਰਤ ਬਣ ਜਾਂਦੀ ਹੈ। ਸੋ ਤੁਸੀਂ ਹਮੇਸ਼ਾ ਸੋਚਦੇ ਹੋਗੇ ਦੰਦਾਂ ਦੇ ਡਾਕਟਰ ਕਿਉਂ ਆਖਦੇ ਹਨ ਕਿ ਦੰਦਾਂ ਨੂੰ ਬ੍ਰਸ਼ ਦਿਨ 'ਚ 2 ਵਾਰ ਕਰਨਾ ਬਹੁਤ ਜ਼ਰੂਰੀ ਹੈ, 1 ਵਾਰ ਸਵੇਰੇ ਬ੍ਰਸ਼ ਕਰਨ ਨਾਲ ਦੰਦਾਂ ਦਾ ਰੱਖ ਰਖਾਵ ਸਹੀ ਨਹੀਂ ਹੋ ਸਕਦਾ। ਉਹਦਾ ਕਾਰਨ ਇਹੀ ਹੈ ਤਾਂ ਕਿ ਇਹ ਜੋ ਪਲਾਕ ਦੀ ਪਰਤ ਬਣੀ ਹੈ ਉਸ ਨੂੰ ਤੁਸੀਂ ਦਿਨ ਵਿੱਚ 2 ਵਾਰ ਸਾਫ਼ ਕਰ ਸਕੋ। ਸੋ ਪਲਾਕ ਦੀ ਪਰਤ ਕਿੱਦਾਂ ਸਾਫ਼ ਹੁੰਦੀ ਹੈ? ਸਹੀ ਟੁੱਥ ਬ੍ਰਸ਼ਿੰਗ ਟੈਕਨੀਕ ਦੇ ਨਾਲ। ਜੋ ਤਕਨੀਕ ਹੈ ਤੁਹਾਡੀ ਬ੍ਰਸ਼ ਕਰਨ ਦੀ ਉਹ ਸਹੀ ਹੋਣੀ ਚਾਹੀਦੀ ਹੈ। ਸੋ ਪਲਾਕ ਦੀ ਪਰਤ ਨਹੀਂ ਬਣੇਗੀ, ਦੰਦਾਂ ਦਾ ਕੋਈ ਵੀ ਬਿਮਾਰੀ ਤੁਹਾਨੂੰ ਨਹੀਂ ਹੋਏਗੀ। ਸੋ ਵਾਟ ਇਜ਼ ਡੈਂਟਲ ਕੇਰੀਜ਼? ਸੋ ਦੰਦਾਂ ਦੀ ਸੜਨ ਨੂੰ ਅੰਗਰੇਜ਼ੀ ਵਿੱਚ ਅਸੀਂ ਡੈਂਟਲ ਕੇਰੀਜ਼ ਆਖਦੇ ਹਾਂ। ਤੁਸੀਂ ਦੇਖ ਸਕਦੇ ਹੋ ਇੱਥੇ ਜਦੋਂ ਦੰਦਾਂ ਨੂੰ ਕੀੜਾ ਲੱਗਦਾ ਹੈ, ਉਹਦੀ ਸੜਨ ਵੱਧਦੀ ਹੈ ਤਾਂ ਇੱਕ ਛੋਟੇ ਜਿਹੇ ਬੱਚੇ ਦੇ ਦੰਦਾਂ ਦਾ ਹੀ ਕਿੰਨਾ ਬੁਰਾ ਹਾਲ ਹੋ ਸਕਦਾ ਹੈ। ਸੋ ਬਹੁਤ ਵਾਰ ਮੈਂ ਦੇਖਿਆ ਹੈ ਸਾਡੇ ਦੇਸ਼ ਵਿੱਚ ਇਹ ਸੋਚ ਹੈ ਜੋ ਗਲਤ ਹੈ ਕਿ ਦੰਦਾਂ ਨੂੰ ਸੱਚੀ ਵਿੱਚ ਕੋਈ ਕੀੜਾ ਲੱਗਦਾ ਹੈ। ਤੁਸੀਂ ਇਹ ਦੇਖਿਆ ਵੀ ਹੋਏਗਾ ਜਿਹੜੇ ਸਾਡੇ ਝੋਲਾ ਛਾਪ ਦੰਦਾਂ ਦੇ ਡਾਕਟਰ ਹੁੰਦੇ ਹਨ ਉਹ ਕਈ ਵਾਰ ਕੀੜਾ ਕੱਢ ਕੇ ਵੀ ਦਿਖਾਉਂਦੇ ਹਨ, ਆਹ ਦੇਖੋ ਜੀ ਤੁਹਾਡੇ ਮੂੰਹ ਵਿੱਚੋਂ ਕੀੜਾ ਨਿਕਲਿਆ। ਸੋ ਅੱਜ ਇਸ ਜੋ ਗਲਤ ਸੋਚ ਹੈ ਇਹਨੂੰ ਖਤਮ ਕਰਦੇ ਹਾਂ। ਦੰਦਾਂ ਵਿੱਚ ਕੋਈ ਅਸਲੀ 'ਚ ਕੀੜਾ ਨਹੀਂ ਹੁੰਦਾ। ਦੰਦਾਂ ਦੀ ਜੋ ਸੜਨ ਹੈ ਉਹਨੂੰ ਹੀ ਦੰਦਾਂ ਵਿੱਚ ਕੀੜਾ ਲੱਗਿਆ ਆਖਿਆ ਜਾਂਦਾ ਹੈ। ਸੋ ਇਹ ਸੜਨ ਕਿੱਦਾਂ ਹੁੰਦੀ ਹੈ? ਜੋ ਕੀਟਾਣੂ ਤੇਜ਼ਾਬ ਬਣਾਉਂਦੇ ਹਨ ਉਸ ਦੇ ਨਾਲ। ਸੋ ਇਹ ਤੇਜ਼ਾਬ ਕਦੋਂ ਬਣਦਾ ਹੈ? ਜਿੱਦਾਂ ਕਿ ਮੈਂ ਤੁਹਾਡੇ ਨਾਲ ਪਹਿਲਾਂ ਹੀ ਸ਼ੇਅਰ ਕੀਤਾ, ਜਦੋਂ ਵੀ ਅਸੀਂ ਕਦੀ ਕੋਈ ਮਿੱਠਾ ਜਾਂ ਚਿਪਕਵਾ ਪਦਾਰਥ ਖਾਂਦੇ ਹਾਂ, ਇਹ ਜੋ ਕੀਟਾਣੂ ਹਨ ਉਸ ਮਿੱਠੇ ਜਾਂ ਚਿਪਕਵੇ ਪਦਾਰਥ ਦਾ ਇਹ ਸੇੜੀਆਂ ਤੇਜ਼ਾਬ ਬਣਾਉਂਦੇ ਹਨ ਔਰ ਇਹਦੇ ਨਾਲ ਹੀ ਦੰਦਾਂ ਦੀ ਸੜਨ ਸ਼ੁਰੂ ਹੁੰਦੀ ਹੈ। ਸੋ ਦੰਦਾਂ ਦੀ ਜੋ ਸੜਨ ਹੈ ਉਹ ਇਦਾਂ ਨਹੀਂ ਹੈ ਕਿ ਦੰਦਾਂ ਦੀ ਸੜਨ ਅੱਜ ਹੋਈ ਔਰ ਕੱਲ ਤੁਹਾਨੂੰ ਦਰਦ ਸ਼ੁਰੂ ਹੋ ਜਾਏਗਾ। ਇਹ ਜੋ ਪ੍ਰੋਸੈਸ ਹੈ ਇਹਨੂੰ ਬਹੁਤ ਸਾਲ ਲੱਗਦੇ ਹਨ। ਤੁਸੀਂ ਦੇਖ ਸਕਦੇ ਹੋਗੇ ਆਪਣੇ ਸਕਰੀਨ ਤੇ ਕਿ ਸਭ ਤੋਂ ਪਹਿਲਾਂ ਜੋ ਦੰਦਾਂ ਦੀ ਸੜਨ ਸ਼ੁਰੂ ਹੁੰਦੀ ਹੈ ਉਹ ਇੱਕ ਨਾਰਮਲ ਦੰਦ ਹੁੰਦਾ ਹੈ, ਸਫੇਦ, ਬਿਲਕੁਲ ਹੈਲਦੀ, ਬਿਲਕੁਲ ਨਾਰਮਲ। ਉਸ ਤੋਂ ਬਾਅਦ ਉਹਦੇ ਤੇ ਇੱਕ ਛੋਟਾ ਜਿਹਾ ਕਾਲਾ ਦਾਗ ਨਜ਼ਰ ਆਉਣਾ ਸ਼ੁਰੂ ਹੁੰਦਾ ਹੈ ਜਿਸ ਨੂੰ ਅਸੀਂ ਸੜਨ ਦੀ ਸ਼ੁਰੂਆਤ ਆਖਦੇ ਹਾਂ। ਜੇਕਰ ਇਹ ਸੜਨ ਦੀ ਸ਼ੁਰੂਆਤ ਵਾਲੀ ਸਟੇਜ ਤੇ ਹੀ ਤੁਸੀਂ ਦੰਦਾਂ ਦੇ ਮਾਹਿਰ ਡਾਕਟਰ ਕੋਲ ਚਲੇ ਜਾਓਗੇ ਤਾਂ ਇਸ ਦਾ ਇਲਾਜ ਇੱਥੇ ਹੀ ਹੋ ਜਾਏਗਾ। ਇਹ ਜੋ ਬਿਮਾਰੀ ਹੈ ਜਾਂ ਇਹ ਜੋ ਡਿਜ਼ੀਜ਼ ਹੈ ਇੱਥੇ ਹੀ ਥੰਮ ਜਾਏਗੀ ਔਰ ਤੁਹਾਨੂੰ ਕਦੀ ਵੀ ਦੰਦ 'ਚ ਦਰਦ ਜਾਂ ਸੋਜਾ ਨਹੀਂ ਆਏਗਾ। ਸੋ ਜੇ ਤੁਸੀਂ ਇਸ ਸਟੇਜ ਤੇ ਦੰਦਾਂ ਦੇ ਮਾਹਿਰ ਡਾਕਟਰ ਕੋਲ ਜਾਂਦੇ ਹੋ ਉਹ ਕੀ ਕਰੇਗਾ? ਇਹ ਜੋ ਸੜਨ ਵਾਲਾ ਏਰੀਆ ਹੈ ਇਸ ਨੂੰ ਰਿਮੂਵ ਕਰੇਗਾ ਔਰ ਇਹਦੀ ਜਗ੍ਹਾ ਇੱਕ ਭਰਾਈ ਕਰ ਦੇਗਾ, ਜਿਹਨੂੰ ਤੁਸੀਂ ਆਮ ਭਾਸ਼ਾ ਵਿੱਚ ਫਿਲਿੰਗ ਕਰਾਉਣਾ ਵੀ ਕਹਿੰਦੇ ਹੋ। ਉਹਦੇ ਵਿੱਚ ਕੋਈ ਦਰਦ ਨਹੀਂ ਹੁੰਦਾ, ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ, ਕੋਈ ਸੋਜਾ ਨਹੀਂ ਆਉਂਦਾ, ਕੋਈ ਦਵਾਈ ਨਹੀਂ ਖਾਣੀ ਪੈਂਦੀ। ਸੋ ਇਹ ਹੀ ਸਟੇਜ ਸਭ ਤੋਂ ਪਹਿਲੀ ਔਰ ਸਭ ਤੋਂ ਬਿਹਤਰੀਨ ਸਟੇਜ ਹੈ ਜਿਹਦੇ ਉੱਤੇ ਤੁਹਾਨੂੰ ਦੰਦਾਂ ਦੇ ਮਾਹਿਰ ਡਾਕਟਰ ਕੋਲ ਚਲੇ ਜਾਣਾ ਚਾਹੀਦਾ ਹੈ। ਉਸ ਤੋਂ ਅੱਗੇ ਜੇ ਤੁਸੀਂ ਦੰਦਾਂ ਦੇ ਡਾਕਟਰ ਕੋਲ ਨਹੀਂ ਜਾਂਦੇ, ਇਹ ਕੀੜਾ ਜਾਂ ਇਹ ਸੜਨ ਅੱਗੇ ਵੱਧਦੀ ਜਾਂਦੀ ਹੈ। ਸਾਈਜ਼ ਵਿੱਚ ਤੁਸੀਂ ਦੇਖ ਸਕਦੇ ਹੋ ਕਿੱਦਾਂ ਅੱਗੇ ਵੱਧ ਰਹੀ ਹੈ। ਹੌਲੀ ਹੌਲੀ ਇਹ ਸੜਨ ਦੰਦ ਦੀ ਨਸ ਤੱਕ ਪਹੁੰਚ ਜਾਂਦੀ ਹੈ ਔਰ ਇਹ ਉਹ ਸਟੇਜ ਹੈ ਜਿੱਥੇ ਤੁਹਾਨੂੰ ਦੰਦ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਹੈ। ਇੱਕ ਵਾਰ ਜੋ ਕੀੜਾ ਹੈ ਉਹ ਦੰਦ ਦੀ ਨਸ ਤੱਕ ਜੇ ਪਹੁੰਚ ਜਾਏ ਸੋ ਉਸ ਦੰਦ ਨੂੰ ਬਚਾਉਣਾ
ਇੱਕ ਡਾਕਟਰ ਲਈ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਸੋ ਕਦੀ ਵੀ ਉਸ ਦਿਨ ਦਾ ਇੰਤਜ਼ਾਰ ਨਾ ਕਰੋ ਕਿ ਮੈਨੂੰ ਦਰਦ ਹੋਏਗੀ ਤਾਂ ਮੈਂ ਡੈਂਟਿਸਟ ਕੋਲ ਜਾਂ ਡਾਕਟਰ ਕੋਲ ਦੰਦਾਂ ਦੇ ਜਾਊਂਗਾ। ਠੀਕ ਹੈ, ਜੇ ਤੁਸੀਂ ਦਰਦ ਕਰਵਾ ਕੇ ਜਾਓਗੇ ਉਹ ਦੰਦਾਂ ਦਾ ਡਾਕਟਰ ਵੀ ਕੁਝ ਨਹੀਂ ਕਰ ਪਾਏਗਾ। ਸੋ ਅਸੀਂ ਹਮੇਸ਼ਾ ਦਰਦ ਤੋਂ ਪਹਿਲਾਂ, ਜਦੋਂ ਪਹਿਲੇ ਹੀ ਉਹ ਦਾਗ ਨਜ਼ਰ ਆਣਾ ਸ਼ੁਰੂ ਹੋਇਆ ਤੁਹਾਨੂੰ ਦੰਦਾਂ ਵਿੱਚ, ਉਦੋਂ ਹੀ ਦੰਦਾਂ ਦੇ ਡਾਕਟਰ ਕੋਲ ਜਾਣਾ ਹੈ। ਇਹ ਗੱਲ ਤੁਸੀਂ ਸਾਰੇ ਬੱਚੇ ਕਾਈਂਡਲੀ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਆਪਣੇ ਪੱਲੇ ਬੰਨ੍ਹ ਲਓ। ਕਦੀ ਵੀ ਦਰਦ ਦਾ ਇੰਤਜ਼ਾਰ ਨਹੀਂ ਕਰਨਾ, ਉਸ ਤੋਂ ਪਹਿਲਾਂ ਹੀ ਦੰਦਾਂ ਦੇ ਡਾਕਟਰ ਕੋਲ ਜਾਣਾ ਹੈ। ਜੇ ਦਰਦ ਕਰਕੇ ਡਾਕਟਰ ਕੋਲ ਜਾਓਗੇ ਫਿਰ ਉਹ ਡਾਕਟਰ ਵੀ ਜ਼ਿਆਦਾ ਕੁਝ ਨਹੀਂ ਕਰ ਪਾਏਗਾ। ਸੋ ਲਾਸਟ ਸਟੇਜ ਜੋ ਹੈ ਦੰਦ ਦੀ ਸੜਨ ਦੀ, ਉਹ ਇਹ ਹੈ ਕਿ ਜੋ ਇਨਫੈਕਸ਼ਨ ਹੈ ਉਹ ਦੰਦ ਦੀ ਨਸ ਤੋਂ ਹੱਡੀ ਵਿੱਚ ਜਾਂਦੀ ਹੈ, ਉੱਥੇ ਪਸ ਬਣਦੀ ਹੈ, ਪਸ ਦੀ ਜਨਰੇਸ਼ਨ ਹੁੰਦੀ ਹੈ ਔਰ ਉਸ ਤੋਂ ਬਾਅਦ ਸੋਜਾ ਆਉਂਦਾ ਹੈ। ਤੁਸੀਂ ਬਹੁਤ ਵਾਰ ਦੇਖਿਆ ਹੋਏਗਾ ਆਪਣੇ ਵੱਡੇ ਭੈਣ ਭਰਾਵਾਂ ਦੇ ਜਾਂ ਮਾਤਾ ਪਿਤਾ ਦੇ ਵੀ ਕਿ ਉਹਨਾਂ ਦੇ ਜਬੜੇ ਵਿੱਚ ਸੋਜਾ ਆ ਜਾਂਦਾ ਹੈ। ਸੋ ਇਹ ਲਾਸਟ ਸਟੇਜ ਹੈ ਦੰਦ ਦੀ ਸੜਨ ਦੀ। ਇਹਦਾ ਇਲਾਜ ਮੋਸਟਲੀ ਦੰਦ ਨੂੰ ਕੱਢਣਾ ਜਾਂ ਫਿਰ ਉਹਦੀ ਨਸ ਦਾ ਇਲਾਜ ਕਰਨਾ ਹੀ ਹੁੰਦਾ ਹੈ। ਸੋ ਇਸ ਸਟੇਜ ਤੱਕ ਕਦੀ ਵੀ ਆਪਣੇ ਦੰਦ ਨੂੰ ਨਾ ਲੈ ਕੇ ਜਾਓ, ਪਹਿਲੇ ਹੀ ਆਪਣੇ ਦੰਦ ਦਾ ਇਲਾਜ ਕਰਵਾਓ। ਸੋ ਸਵਾਲ ਇਹ ਬਣਦਾ ਹੈ ਕਿ ਦੰਦਾਂ ਦੇ ਡਾਕਟਰ ਕੋਲ ਕਦੋਂ ਜਾਓ। ਮੈਂ ਸਭ ਬੱਚਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹੂੰਗੀ ਕਿ ਹਮੇਸ਼ਾ ਅਸੀਂ ਆਪਣੇ ਚਿਹਰੇ ਨੂੰ ਤਾਂ ਸ਼ੀਸ਼ੇ ਵਿੱਚ ਦੇਖਦੇ ਹਾਂ, ਲੇਕਿਨ ਜਿੰਨਾ ਤੁਹਾਨੂੰ ਕਦੀ ਮੌਕਾ ਮਿਲੇ ਤੇ ਆਪਣੇ ਮੂੰਹ ਨੂੰ ਵੀ ਖੋਲ ਕੇ ਸ਼ੀਸ਼ੇ ਵਿੱਚ ਜ਼ਰੂਰ ਦੇਖੋ। ਔਰ ਜੇਕਰ ਤੁਹਾਨੂੰ ਆਪਣੇ ਦੰਦਾਂ ਵਿੱਚ ਕਿਤੇ ਵੀ ਕਾਲਾ ਦਾਗ ਨਜ਼ਰ ਆਏ ਤਾਂ ਤੁਰੰਤ ਆਪਣੇ ਦੰਦਾਂ ਦੇ ਮਾਹਿਰ ਡਾਕਟਰ ਨੂੰ ਦਿਖਾਓ, ਤਾਂ ਕਿ ਉਹ ਉਸ ਛੋਟੀ ਸਟੇਜ ਤੇ ਹੀ ਉਹਦਾ ਇਲਾਜ ਕਰ ਸਕੇ ਔਰ ਤੁਹਾਡੇ ਦੰਦ ਹਮੇਸ਼ਾ ਹੀ ਸਵਸਥ ਰਹਿ ਸਕਣ। ਸੋ ਹੁਣ ਅਸੀਂ ਹਮੇਸ਼ਾ, ਤੁਸੀਂ ਆਪਣੇ ਮਾਤਾ ਪਿਤਾ ਨੂੰ ਜਾਂ ਦੰਦਾਂ ਦੇ ਡਾਕਟਰਸ ਨੂੰ ਜਾਂ ਟੀਵੀ 'ਚ ਸੁਣਿਆ ਹੋਏਗਾ ਕਿ ਹਰੀਆਂ ਸਬਜ਼ੀਆਂ ਖਾਓ, ਦਾਲਾਂ ਖਾਓ, ਐਗ ਖਾਓ, ਦੁੱਧ ਪੀਓ ਔਰ ਇਹ ਚਿਪਕਵੇ ਪਦਾਰਥ ਜਿਵੇਂ ਕਿ ਕੇਕ ਹੈ ਜਾਂ ਟੌਫੀ, ਚਾਕਲੇਟ ਚਿਪਸ ਹੈ, ਇਹ ਨਾ ਖਾਓ, ਇਹਨਾਂ ਨਾਲ ਦੰਦ ਖਰਾਬ ਹੋਣਗੇ। ਸੋ ਇੱਦਾਂ ਕਿਉਂ ਕਿਹਾ ਜਾਂਦਾ ਹੈ? ਕਦੀ ਤੁਹਾਡੇ ਵਿੱਚੋਂ ਕਿਸੇ ਬੱਚੇ ਨੇ ਸੋਚਿਆ ਕਿ ਇੱਦਾਂ ਕਿਉਂ ਕਿਹਾ ਜਾਂਦਾ ਹੈ? ਸੋ ਉਹਦਾ ਕਾਰਨ ਇਹ ਹੈ, ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਕਿ ਜੋ ਚਿਪਕਵੇ ਜਾਂ ਮਿੱਠੇ ਪਦਾਰਥ ਹਨ, ਜੋ ਕੀਟਾਣੂ ਹਨ, ਜੋ ਸਾਡੀ ਦੰਦਾਂ ਦੇ ਉੱਤੇ ਪਲਾਕ ਦੀ ਪਰਤ ਹੈ ਉਹਦੇ ਵਿੱਚ ਜੋ ਕੀਟਾਣੂ ਹਨ, ਉਹ ਇਹ ਮਿੱਠੇ ਪਦਾਰਥਾਂ ਦਾ ਬਹੁਤ ਆਸਾਨੀ ਨਾਲ ਤੇਜ਼ਾਬ ਬਣਾ ਸਕਦੇ ਹਨ ਔਰ ਜਿੰਨੀ ਆਸਾਨੀ ਨਾਲ ਤੇਜ਼ਾਬ ਬਣੇਗਾ ਉਨੀ ਹੀ ਛੇਤੀ ਦੰਦਾਂ ਦੀ ਸੜਨ ਸ਼ੁਰੂ ਹੋਏਗੀ। ਲੇਕਿਨ ਦੂਜੇ ਪਾਸੇ ਜਿਹੜੇ ਟੁੱਥ ਫਰੈਂਡਲੀ ਪ੍ਰੋਡਕਟਸ ਹਨ ਜਾਂ ਜਿਹੜੇ ਦੰਦਾਂ ਲਈ ਚੰਗੀ ਚੀਜ਼ਾਂ ਹਨ, ਜਿਵੇਂ ਕਿ ਫਰੂਟਸ ਹਨ, ਵੈਜੀਟੇਬਲਸ ਹਨ, ਦੁੱਧ ਹੈ, ਚੀਜ਼ ਹੈ, ਐਗਸ ਹਨ, ਇਹ ਜੋ ਸਾਰੀਆਂ ਚੀਜ਼ਾਂ ਹਨ, ਇਹਨਾਂ ਨੂੰ ਜੋ ਕੀਟਾਣੂ ਹਨ ਉਹ ਇਹਨਾਂ ਦਾ ਤੇਜ਼ਾਬ ਛੇਤੀ ਨਹੀਂ ਬਣਾ ਪਾਉਂਦੇ। ਇਸੇ ਲਈ ਕਿਹਾ ਜਾਂਦਾ ਹੈ ਕਿ ਫਰੂਟਸ ਖਾਓ, ਸਬਜ਼ੀਆਂ ਖਾਓ, ਫਲ ਖਾਓ ਔਰ ਇਹਦੇ ਨਾਲ ਤੁਹਾਡੇ ਦੰਦ ਹਮੇਸ਼ਾ ਸਵਸਥ ਰਹਿਣਗੇ। ਇੱਕ ਹੋਰ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਹੈ, ਕਦੀ ਵੀ ਇਹ ਚੀਜ਼ ਇੰਨੀ ਇੰਪੋਰਟੈਂਟ ਨਹੀਂ ਹੁੰਦੀ, ਇੰਨੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਿੰਨਾ ਮਿੱਠਾ ਖਾ ਰਹੇ ਹੋ। ਜ਼ਿਆਦਾ ਜ਼ਰੂਰੀ ਇਹ ਹੈ ਤੁਸੀਂ ਦਿਨ ਵਿੱਚ ਕਿੰਨੀ ਵਾਰ ਮਿੱਠਾ ਖਾ ਰਹੇ ਹੋ। ਸੋ ਬਹੁਤ ਵਾਰ ਅਸੀਂ ਇਹ ਦੇਖਦੇ ਹਾਂ ਕਿ ਬੱਚਾ ਬਾਹਰੋਂ ਖੇਡ ਕੇ ਆਇਆ ਸ਼ਾਮ ਨੂੰ, ਉਹਦੀ ਮਾਤਾ ਨੇ ਜਾਂ ਪਿਤਾ ਨੇ ਉਹਨੂੰ ਇੱਕ ਚਾਕਲੇਟ ਦੇਤੀ, ਫਿਰ ਥੋੜੀ ਦੇਰ ਬਾਅਦ ਬੱਚਾ ਆਇਆ ਉਹਨੂੰ ਇੱਕ ਬਿਸਕਿਟ ਦੇਤਾ, ਫਿਰ ਥੋੜੀ ਦੇਰ ਬਾਅਦ ਬੱਚਾ ਆਇਆ ਉਹਨੂੰ ਕਿਹਾ ਆ ਲੈ ਟੌਫੀ ਖਾ ਲੈ ਜਾਂ ਚਿਪਸ ਖਾ ਲੈ। ਸੋ ਜਿੰਨੀ ਵਾਰ ਤੁਸੀਂ ਬੱਚੇ ਨੂੰ ਮਿੱਠਾ ਜਾਂ ਚਿਪਕਵਾਂ ਪਦਾਰਥ ਦਿਨ ਵਿੱਚ ਦਿੰਦੇ ਜਾਓਗੇ ਉਨਾ ਹੀ ਚਾਂਸ ਹੋਏਗਾ ਕਿ ਉਸਦੇ ਦੰਦਾਂ ਵਿੱਚ ਸੜਨ ਹੋਏਗੀ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਦਿਨ ਵਿੱਚ ਕਿੰਨੀ ਵਾਰ ਮਿੱਠਾ ਜਾਂ ਚਿਪਕਵਾਂ ਪਦਾਰਥ ਖਾ ਰਹੇ ਹੋ। ਸੋ ਇਹਦਾ ਇੱਕ ਫਾਰਮੂਲਾ ਹੈ, ਜੇ ਦਿਨ ਵਿੱਚ ਤੁਸੀਂ 4 ਵਾਰ ਤੋਂ ਜ਼ਿਆਦਾ ਮਿੱਠੇ ਪਦਾਰਥਾਂ ਦਾ ਸੇਵਨ ਕਰੋਗੇ ਤਾਂ ਦੰਦਾਂ ਵਿੱਚ ਕੀੜਾ ਲੱਗਣ ਦਾ ਚਾਂਸ 50% ਤੋਂ ਵੀ ਜ਼ਿਆਦਾ ਵੱਧ ਜਾਂਦਾ ਹੈ। ਸੋ ਅਗੇਨ ਮੈਂ ਬੱਚਿਆਂ ਨੂੰ ਗੁਜ਼ਾਰਿਸ਼ ਕਰਾਂਗੀ, ਇਹ ਪੁਆਇੰਟ ਨੂੰ ਯਾਦ ਰੱਖਿਓ, ਆਪਣੇ ਤੱਕ ਇਹ ਜਾਣਕਾਰੀ ਨਾ ਰੱਖਿਓ, ਆਪਣੇ ਛੋਟੇ ਭੈਣ ਭਰਾਵਾਂ ਨੂੰ, ਆਸ-ਪਾਸ ਦੇ ਪੜੋਸੀਆਂ ਨੂੰ, ਮਾਤਾ ਪਿਤਾ ਨੂੰ ਜਾ ਕੇ ਦੱਸਿਓ ਕਿ ਦਿਨ ਵਿੱਚ 4 ਵਾਰ ਤੋਂ ਜ਼ਿਆਦਾ ਮਿੱਠੇ ਪਦਾਰਥਾਂ ਦਾ ਸੇਵਨ ਨਾ ਕੀਤਾ ਜਾਏ। ਅਸੀਂ ਹੁਣ ਗੱਲ ਕਰਾਂਗੇ, ਪਹਿਲੇ ਅਸੀਂ ਬਿਮਾਰੀ ਦੀ ਗੱਲ ਕੀਤੀ ਹੈ ਦੰਦਾਂ ਦੀ ਸੜਨ ਦੀ। ਦੂਸਰੀ ਤਰੀਕੇ ਦੀ ਜੋ ਬਿਮਾਰੀ ਹੈ ਉਹ ਹੈ ਮਸੂੜਿਆਂ ਦੀ ਬਿਮਾਰੀ। ਤੁਸੀਂ ਹਮੇਸ਼ਾ ਦੇਖਿਆ ਹੋਵੇਗਾ, ਕਈ ਵਾਰ ਸਾਡੇ ਆਸ-ਪਾਸ ਦੇ ਲੋਕ ਦੱਸਦੇ ਹਨ ਜਾਂ ਸਾਡੇ ਛੋਟੇ ਭੈਣ ਭਰਾ ਤਕਲੀਫ ਦੱਸਦੇ ਹਨ ਕਿ ਮੇਰੇ ਮਸੂੜਿਆਂ ਚੋਂ ਖੂਨ ਨਿਕਲ ਰਿਹਾ ਹੈ, ਜਦੋਂ ਮੈਂ ਬ੍ਰਸ਼ ਕਰਦਾ ਹਾਂ ਤਾਂ ਮੇਰੇ ਮਸੂੜਿਆਂ ਵਿੱਚੋਂ ਖੂਨ ਰਿਸਦਾ ਹੈ। ਉਹ ਕਦੋਂ ਰਿਸਦਾ ਹੈ? ਜਦੋਂ ਮਸੂੜਿਆਂ ਦੀ ਬਿਮਾਰੀ ਹੁੰਦੀ ਹੈ। ਇਹ ਜੋ ਮਸੂੜਿਆਂ ਦੀ ਬਿਮਾਰੀ ਹੈ ਇਹਦਾ ਕਾਰਨ ਵੀ ਪਲਾਕ ਦੀ ਪਰਤ ਹੈ। ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਪਲਾਕ ਦੀ ਪਰਤ
ਜਦੋਂ ਕਰੇੜਾ ਜੰਮਣਾ ਤੁਸੀਂ ਸੁਣਿਆ ਹੋਵੇਗਾ ਕਿ ਪਾਇਰੀਆ ਦੀ ਬਿਮਾਰੀ ਹੋ ਜਾਂਦੀ ਹੈ ਕਰੇੜਾ ਜੰਮਣ ਨਾਲ। ਉਹ ਕਰੇੜਾ ਕਿੱਦਾਂ ਬਣਦਾ ਹੈ? ਜਦੋਂ ਪਲਾਕ ਦੀ ਪਰਤ ਵਿੱਚ ਕੈਲਸ਼ੀਅਮ ਜੰਮਣਾ ਸ਼ੁਰੂ ਹੁੰਦਾ ਹੈ, ਉਹ ਇੱਕ ਠੋਸ ਪਦਾਰਥ ਬਣਾ ਦਿੰਦਾ ਹੈ ਜਿਹਨੂੰ ਅਸੀਂ ਕਰੇੜਾ ਜਾਂ ਇੰਗਲਿਸ਼ ਵਿੱਚ ਉਹਨੂੰ ਅਸੀਂ ਕੈਲਕੂਲਸ ਆਖਦੇ ਹਾਂ। ਇਹ ਕੈਲਕੂਲਸ ਜਾਂ ਪਲਾਕ ਜਦੋਂ ਦੰਦਾਂ ਉੱਤੇ ਜੰਮਣੀ ਸ਼ੁਰੂ ਹੁੰਦੀ ਹੈ ਔਰ ਅਸੀਂ ਬ੍ਰਸ਼ ਚੰਗੀ ਤਰ੍ਹਾਂ ਨਹੀਂ ਕਰਦੇ, ਬਚਪਨ ਵਿੱਚ ਬਹੁਤ ਵਾਰ ਅਸੀਂ 1 ਜਾਂ 2 ਦਿਨ ਬ੍ਰਸ਼ ਕਰਦੇ ਹੀ ਨਹੀਂ, ਸੋ ਇਹ ਜੋ ਪਦਾਰਥ ਹਨ, ਇਹ ਜੋ ਕਰੇੜਾ ਹੈ ਜਾਂ ਪਲਾਕ ਹੈ, ਇਸ ਦੀ ਵਜ੍ਹਾ ਤੋਂ ਮਸੂੜੇ ਵਿੱਚ ਸੋਜਿਸ਼ ਆਉਣੀ ਸ਼ੁਰੂ ਹੁੰਦੀ ਹੈ, ਖੂਨ ਰਿਸਣਾ ਸ਼ੁਰੂ ਹੁੰਦਾ ਹੈ, ਮਸੂੜਿਆਂ ਦੀ ਕਮਜ਼ੋਰੀ ਹੁੰਦੀ ਹੈ। ਔਰ ਇਹ ਜੋ ਬਿਮਾਰੀ ਹੈ ਇਹਦੀ ਆਖਰੀ ਸਟੇਜ ਹੈ ਕਿ ਦੰਦ ਹੌਲੀ ਹੌਲੀ ਮਸੂੜਿਆਂ ਦੀ ਕਮਜ਼ੋਰੀ ਦੀ ਵਜ੍ਹਾ ਤੋਂ ਇਹ ਦੰਦ ਹਿਲ ਕੇ ਗਿਰ ਵੀ ਜਾਂਦੇ ਹਨ। ਸੋ ਆਖਰੀ ਸਟੇਜ ਤੱਕ ਇਹ ਚੀਜ਼ ਨਾ ਆਏ, ਉਹਦਾ ਸਭ ਤੋਂ ਵੱਡਾ ਮੂਲ ਮੰਤਰ ਕੀ ਹੈ? ਤੁਸੀਂ ਕਿਸ ਤਰੀਕੇ ਨਾਲ ਦੰਦਾਂ ਦੀ ਸੜਨ ਨੂੰ ਜਾਂ ਇਹ ਜੋ ਮਸੂੜਿਆਂ ਦੀ ਬਿਮਾਰੀ ਹੈ ਇਸ ਨੂੰ ਤੁਸੀਂ ਕਾਬੂ ਕਰ ਸਕਦੇ ਹੋ? ਸੋ ਪਹਿਲੀ ਚੀਜ਼ ਹੈ ਦੰਦਾਂ ਨੂੰ ਬ੍ਰਸ਼ ਕਰਨਾ। ਦੰਦਾਂ ਨੂੰ ਬ੍ਰਸ਼ ਦਿਨ ਵਿੱਚ 2 ਵਾਰ ਕਰਨਾ ਔਰ ਘੱਟੋ ਘੱਟ 2 ਮਿੰਟ ਲਈ ਕਰਨਾ। ਸੋ ਜੇ ਮੈਂ ਅੱਜ ਤੁਹਾਨੂੰ ਇੱਕ ਜਿੱਦਾਂ ਮੂਲ ਮੰਤਰ ਦਾ ਪਾਠ ਹੁੰਦਾ ਹੈ, ਇੱਕ ਮੈਂ ਮੂਲ ਮੰਤਰ ਦੇ ਕੇ ਜਾਵਾਂ ਕਿ ਕਿੱਦਾਂ ਤੁਹਾਡੇ ਦੰਦ ਹਮੇਸ਼ਾ ਸਵਸਥ ਰਹਿਣਗੇ। ਸੋ ਦੰਦ ਇੱਦਾਂ ਸਵਸਥ ਰਹਿਣਗੇ, ਬ੍ਰਸ਼ ਦਿਨ ਵਿੱਚ 2 ਵਾਰ 2 ਮਿੰਟ ਹਰ ਵਾਰ। ਸੋ ਇੱਦਾਂ ਨਹੀਂ ਕਿ ਅਸੀਂ ਥੋੜਾ ਜਿਹਾ ਇੱਥੇ ਬ੍ਰਸ਼ ਕੀਤਾ, ਦੂਜੇ ਪਾਸੇ ਕੀਤਾ ਔਰ ਗੱਲ ਖਤਮ ਹੋ ਗਈ, ਉਹਨੂੰ ਬ੍ਰਸ਼ ਕਰਨਾ ਨਹੀਂ ਆਖਦੇ। ਸੋ ਘੜੀ ਨੂੰ ਵਿੱਚ 2 ਮਿੰਟ ਦੇਖ ਕੇ ਬ੍ਰਸ਼ ਕਰੋ, ਅੱਛੀ ਤਕਨੀਕ ਨਾਲ ਕਰੋ, ਤੁਹਾਡੇ ਦੰਦ ਕਦੀ ਵੀ ਖਰਾਬ ਨਹੀਂ ਹੋਣਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਜੋ ਪਲਾਕ ਹੈ ਉਸ ਨੂੰ ਸਾਫ਼ ਕਰਨ ਦੇ 2 ਤਰੀਕੇ ਹੁੰਦੇ ਹਨ। ਖੱਬੇ ਪਾਸੇ ਟੂਥਬ੍ਰਸ਼, ਇਹਦੇ ਨਾਲ ਅਸੀਂ ਸਾਰੇ ਹੀ ਜਾਣੂ ਹਾਂ, ਅਸੀਂ ਸਾਰੇ ਹੀ ਪ੍ਰਯੋਗ ਕਰਦੇ ਹਾਂ ਟੂਥਬ੍ਰਸ਼ ਦਾ। ਇਹ ਜੋ ਬ੍ਰਸ਼ ਹੈ ਇਸ ਨੂੰ 3 ਮਹੀਨੇ ਬਾਅਦ ਜ਼ਰੂਰ ਬਦਲਣਾ ਚਾਹੀਦਾ ਹੈ। 3 ਤੋਂ 6 ਮਹੀਨੇ ਤੱਕ ਤੁਸੀਂ ਇੱਕ ਬ੍ਰਸ਼ ਨੂੰ ਯੂਜ਼ ਕਰੋ, ਉਸ ਤੋਂ ਬਾਅਦ ਉਸ ਨੂੰ ਬਦਲ ਦਿਓ। ਦੂਸਰੀ ਚੀਜ਼, ਕਦੀ ਵੀ ਸਖਤ ਬ੍ਰਸ਼ ਦਾ ਇਸਤੇਮਾਲ ਨਾ ਕਰੋ। ਅਗੇਨ ਸਾਡੇ ਬਹੁਤ ਸਾਰੇ ਬਜ਼ੁਰਗ ਉਹਨਾਂ ਨੂੰ ਲੱਗਦਾ ਹੈ ਕਿ ਦਾਤਣ ਜਾਂ ਸਖਤ ਬ੍ਰਸ਼ ਦੇ ਇਸਤੇਮਾਲ ਨਾਲ ਦੰਦ ਜ਼ਿਆਦਾ ਚੰਗੀ ਤਰ੍ਹਾਂ ਸਾਫ਼ ਹੋਣਗੇ, ਅਸੀਂ ਉਹਨਾਂ ਨੂੰ ਰਗੜ ਕੇ ਸਾਫ਼ ਕਰਾਂਗੇ। ਇਹ ਬਹੁਤ ਵੱਡਾ ਮਿਥ ਹੈ, ਇਹ ਜਾਣਕਾਰੀ ਸਹੀ ਨਹੀਂ ਹੈ। ਹਮੇਸ਼ਾ ਸੌਫਟ ਟੂਥਬ੍ਰਸ਼ ਦਾ, ਮੁਲਾਇਮ ਟੂਥਬ੍ਰਸ਼ ਦਾ ਇਸਤੇਮਾਲ ਕਰੋ ਔਰ ਉਸ ਨੂੰ 3 ਤੋਂ 6 ਮਹੀਨੇ ਬਾਅਦ ਬਦਲ ਦਿਓ। ਸੋ ਤੁਹਾਨੂੰ ਕਿੱਦਾਂ ਪਤਾ ਚੱਲੇਗਾ ਕਿ ਟੂਥਬ੍ਰਸ਼ ਸੌਫਟ ਹੈ ਜਾਂ ਸਖਤ ਹੈ? ਜਦੋਂ ਤੁਸੀਂ ਮਾਰਕੀਟ ਵਿੱਚ ਟੂਥਬ੍ਰਸ਼ ਖਰੀਦਣ ਜਾਂਦੇ ਹੋ, ਉਹਦੇ ਉੱਤੇ ਛੋਟਾ ਜਿਹਾ ਲਿਖਿਆ ਹੁੰਦਾ ਹੈ ਸੌਫਟ, ਮੀਡੀਅਮ ਜਾਂ ਹਾਰਡ। ਸੋ ਮੀਡੀਅਮ ਜਾਂ ਹਾਰਡ ਬ੍ਰਸ਼ ਕਦੀ ਵੀ ਇਸਤੇਮਾਲ ਨਾ ਕਰੋ, ਹਮੇਸ਼ਾ ਮੁਲਾਇਮ ਜਾਂ ਸੌਫਟ ਟੂਥਬ੍ਰਸ਼ ਦਾ ਹੀ ਇਸਤੇਮਾਲ ਕਰੋ। ਸਕਰੀਨ ਵਿੱਚ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਧਾਗਾ ਹੈ, ਇਹਨੂੰ ਅਸੀਂ ਡੈਂਟਲ ਫਲੌਸ ਆਖਦੇ ਹਾਂ, ਜਿਹਦੇ ਨਾਲ ਆਈ ਥਿੰਕ ਮੋਸਟਲੀ ਬੱਚੇ ਜਾਣੂ ਨਹੀਂ ਹੋਣਗੇ। ਦੰਦਾਂ ਦੀ ਜੋ ਵਿਚਕਾਰ ਦੀ ਜਗ੍ਹਾ ਹੈ, 2 ਦੰਦਾਂ ਦੇ ਵਿੱਚ ਦੀ ਜਗ੍ਹਾ ਹੈ, ਉਹ ਬਹੁਤ ਘੱਟ ਹੁੰਦੀ ਹੈ, ਉੱਥੇ ਸਾਡਾ ਟੂਥਬ੍ਰਸ਼ ਨਹੀਂ ਜਾ ਸਕਦਾ। ਪਰ ਇਹਦੀ ਵਜ੍ਹਾ ਤੋਂ ਕੀ ਸਾਨੂੰ ਉਸ ਜਗ੍ਹਾ ਨੂੰ ਸਾਫ਼ ਨਹੀਂ ਰੱਖਣਾ ਚਾਹੀਦਾ? ਬਿਲਕੁਲ ਰੱਖਣਾ ਚਾਹੀਦਾ ਹੈ। ਸੋ ਜਗ੍ਹਾ ਨੂੰ ਸਾਫ਼ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਡੈਂਟਲ ਫਲੌਸ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਇਸ ਡੈਂਟਲ ਫਲੌਸ ਨੂੰ ਅਸੀਂ ਕਿੱਦਾਂ ਇਸਤੇਮਾਲ ਕਰਦੇ ਹਾਂ, ਸੋ ਆਈ ਥਿੰਕ ਅੱਜ ਕੱਲ੍ਹ ਸਾਰੇ ਬੱਚੇ ਬਹੁਤ ਨੈਟ ਸੈਵੀ ਹੀ ਨੇ, ਟੈਕ ਸੈਵੀ ਨੇ। YouTube ਤੇ ਜਾਓ ਅਤੇ ਡੈਂਟਲ ਫਲੌਸ ਨੂੰ ਇਸਤੇਮਾਲ ਕਰਨ ਦੀ ਜਾਣਕਾਰੀ ਬਾਰੇ ਤੁਸੀਂ ਸਰਚ ਕਰ ਸਕਦੇ ਹੋ। ਸਾਡਾ ਅਗਲਾ ਸਵਾਲ ਹੈ ਟੂਥਬ੍ਰਸ਼ ਦੇ ਉੱਤੇ ਕਿੰਨੀ ਟੂਥਪੇਸਟ ਲਗਾਉਣੀ ਚਾਹੀਦੀ ਹੈ? ਅਗੇਨ ਅਸੀਂ ਸਾਰੇ ਸੋਚਦੇ ਹਾਂ ਕਿ ਜਿੰਨੀ ਜ਼ਿਆਦਾ ਟੂਥਪੇਸਟ ਲਗਾਵਾਂਗੇ ਉਨੇ ਸਾਡੇ ਦੰਦ ਸਾਫ਼, ਜਿੰਨੀ ਝੱਗ ਬਣੇਗੀ ਉਨੇ ਦੰਦ ਸਾਫ਼ ਹੋਣਗੇ। ਅਗੇਨ ਇਹ ਇੱਕ ਮਿਥ ਹੈ, ਇਹ ਸਹੀ ਜਾਣਕਾਰੀ ਨਹੀਂ ਹੈ। ਸੋ ਇਸ ਟੇਬਲ 'ਚ ਤੁਸੀਂ ਦੇਖ ਸਕਦੇ ਹੋ ਕਿ 3 ਸਾਲ ਦੀ ਉਮਰ ਤੱਕ ਬੱਚੇ ਨੂੰ ਟੂਥਪੇਸਟ ਨਹੀਂ ਵਰਤਣੀ ਚਾਹੀਦੀ। ਉਸ ਤੋਂ ਪਹਿਲਾਂ ਜੋ ਬ੍ਰਸ਼ ਹੈ ਉਹ ਸਿਰਫ ਬੱਚੇ ਨੂੰ ਦੰਦਾਂ ਦੇ ਬ੍ਰਸ਼ ਨਾਲ ਹੀ ਬ੍ਰਸ਼ ਕਰਵਾਓ, ਉਹਦੇ ਉੱਤੇ ਟੂਥਪੇਸਟ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ। ਇਹ ਵੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੀ ਹਾਂ, ਬਹੁਤ ਲੋਕ ਸੋਚਦੇ ਨੇ ਕਿ ਅਜੇ ਤਾਂ ਬੱਚਾ ਛੋਟਾ ਹੈ, 6 ਮਹੀਨੇ ਦਾ ਜਾਂ 8 ਮਹੀਨੇ ਦਾ ਹੈ, 2 ਹੀ ਦੰਦ ਆਏ ਹਨ, ਇਹਨਾਂ ਉੱਤੇ ਕੀ ਬ੍ਰਸ਼ ਕਰਾਂਗੇ? ਲੇਕਿਨ ਜ਼ਰੂਰ ਜਦੋਂ ਪਹਿਲਾ ਦੰਦ ਮੂੰਹ ਵਿੱਚ ਆਉਣਾ ਸ਼ੁਰੂ ਹੁੰਦਾ ਹੈ ਉਹਦੇ ਤੋਂ ਹੀ ਬ੍ਰਸ਼ਿੰਗ ਬਹੁਤ ਜ਼ਰੂਰੀ ਹੈ। ਇੱਕ ਛੋਟਾ ਬੱਚੇ ਦਾ ਬ੍ਰਸ਼ ਜ਼ਰੂਰ ਲੈ ਕੇ ਆਓ ਔਰ ਪਹਿਲੇ ਦੰਦ ਨਿਕਲਣ ਦੇ ਨਾਲ ਹੀ ਬੱਚੇ ਨੂੰ ਬ੍ਰਸ਼ ਕਰਨ ਦੀ ਆਦਤ ਪਾਓ। 3 ਤੋਂ 6 ਸਾਲ ਦੀ ਉਮਰ ਦੇ ਬੱਚੇ ਹੁੰਦੇ ਹਨ, ਉਹਨਾਂ ਤੇ ਸਿਰਫ ਸਮੀਅਰ ਆਫ ਟੂਥਪੇਸਟ ਦਾ ਮਤਲਬ ਹੁੰਦਾ ਹੈ ਸਿਰਫ ਇੱਕ ਪਤਲੀ ਪਰਤ ਟੂਥਪੇਸਟ ਦੀ ਲਗਾਉਣੀ ਚਾਹੀਦੀ ਹੈ। ਉਸ ਤੋਂ ਹਮੇਸ਼ਾ ਜੋ ਟੂਥਬ੍ਰਸ਼ ਹੈ ਉਹਦੀ ਸਤਹ ਨੂੰ ਪੂਰਾ ਭਰ ਨਹੀਂ ਦੇਣਾ ਟੂਥਪੇਸਟ ਨਾਲ, ਸਿਰਫ ਇੱਕ ਪਤਲੀ ਪਰਤ ਲਗਾਉਣੀ ਹੈ। ਔਰ ਜਿਹੜੇ ਬੱਚੇ 6 ਸਾਲ ਤੋਂ ਵੱਧ ਉਮਰ ਦੇ ਹਨ ਉਹਨਾਂ ਨੂੰ ਇੱਕ ਮਟਰ ਦੇ ਦਾਣੇ ਜਿੰਨੀ ਟੂਥਪੇਸਟ ਨਾਲ
ਬ੍ਰਸ਼ ਕਰਨਾ ਚਾਹੀਦਾ ਹੈ। ਸੋ ਤੁਸੀਂ ਸਭ ਜਾਣਦੇ ਹੋ ਮਟਰ ਦਾ ਦਾਣਾ ਕਿੰਨਾ ਛੋਟਾ ਹੁੰਦਾ ਹੈ, ਉਨੀ ਹੀ ਟੂਥਪੇਸਟ ਜ਼ਰੂਰੀ ਹੈ। ਉਸ ਤੋਂ ਜ਼ਿਆਦਾ ਜਿੰਨੀ ਵੀ ਤੁਸੀਂ ਬ੍ਰਸ਼ ਤੇ ਲਗਾ ਰਹੇ ਹੋ ਉਹ ਇੱਕ ਵੇਸਟੇਜ ਹੀ ਹੈ। ਸੋ ਬੜੀ ਇੰਪੋਰਟੈਂਟ ਇਹ ਸਲਾਈਡ ਹੈ। ਮੈਂ ਤੁਹਾਡੇ ਸਾਰੇ ਬੱਚਿਆਂ ਨਾਲ ਅੱਜ ਇੱਕ ਚੀਜ਼ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਟੂਥਬ੍ਰਸ਼ ਕਰਨ ਦੀ, ਬ੍ਰਸ਼ਿੰਗ ਕਰਨ ਦੀ ਸਹੀ ਤਕਨੀਕ ਕੀ ਹੁੰਦੀ ਹੈ। ਬਹੁਤ ਜ਼ਰੂਰੀ ਹੈ, ਬੜੇ ਧਿਆਨ ਨਾਲ ਸੁਣਨਾ। ਔਰ ਮੈਂ ਹੋਪ ਕਰਾਂਗੀ, ਮੈਂ ਇਹ ਗੁਜ਼ਾਰਿਸ਼ ਵੀ ਕਰਾਂਗੀ ਤੁਹਾਨੂੰ ਸਾਰਿਆਂ ਨੂੰ ਕਿ ਇਸ ਤਕਨੀਕ ਬਾਰੇ ਤੁਸੀਂ ਘਰ ਜਾ ਕੇ ਵੀ ਸਾਰਿਆਂ ਨੂੰ ਦੱਸੋਗੇ। ਸੋ ਬ੍ਰਸ਼ ਕਰਨਾ ਅਸੀਂ ਹਮੇਸ਼ਾ ਆਪਣੇ ਸੱਜੇ ਉਤਲੇ ਦੰਦਾਂ ਤੋਂ, ਪਿਛਲੇ ਸੱਜੇ ਪਾਸੇ ਦੇ ਉਤਲੇ ਦੰਦਾਂ ਤੋਂ ਸ਼ੁਰੂ ਕਰਦੇ ਹਾਂ ਔਰ ਅਸੀਂ ਬ੍ਰਸ਼ ਨੂੰ ਤਿੰਨ ਦੰਦਾਂ ਉੱਤੇ ਇੱਕ ਟਾਈਮ ਤੇ ਰੱਖਦੇ ਹਾਂ। ਤੁਸੀਂ ਦੇਖ ਸਕਦੇ ਹੋ ਪਹਿਲੀ ਜੋ ਪਿਕਚਰ ਹੈ ਉਹਦੇ ਵਿੱਚ ਤਿੰਨ ਦੰਦਾਂ ਤੇ ਇੱਕ ਟਾਈਮ ਤੇ ਅਸੀਂ ਟੂਥਬ੍ਰਸ਼ ਨੂੰ ਰੱਖਦੇ ਹਾਂ ਔਰ ਉਸਨੂੰ ਅੱਗੇ ਪਿੱਛੇ ਘੁਮਾਉਂਦੇ ਹਾਂ। ਹੁਣ ਕਿੰਨੀ ਵਾਰ ਘੁਮਾਉਣਾ ਹੈ? ਗਿਣ ਕੇ 20 ਵਾਰ ਆਪਣੇ ਤੁਸੀਂ ਮਨ ਵਿੱਚ ਗਿਣਤੀ ਕਰ ਸਕਦੇ ਹੋ 1 ਤੋਂ 20 ਤੱਕ ਔਰ 20 ਵਾਰ ਉਹ ਤਿੰਨ ਦੰਦਾਂ ਦੇ ਉੱਤੇ ਆਪਣੇ ਬ੍ਰਸ਼ ਨੂੰ ਘੁਮਾਉਣਾ ਹੈ। ਜਦੋਂ 20 ਵਾਰ ਹੋ ਗਿਆ ਉਸ ਬ੍ਰਸ਼ ਨੂੰ ਤੁਸੀਂ ਨੈਕਸਟ ਤਿੰਨ ਦੰਦਾਂ ਉੱਤੇ ਸ਼ਿਫਟ ਕਰੋ ਐਂਡ ਟੂ ਐਂਡ ਫਰੋ ਮੋਸ਼ਨ, ਯਾਨੀ ਕਿ ਅੱਗੇ ਪਿੱਛੇ ਦੰਦ ਬ੍ਰਸ਼ ਨੂੰ ਘੁਮਾ ਕੇ ਔਰ 20 ਵਾਰ ਕਾਊਂਟਿੰਗ ਕਰੋ। ਜਦੋਂ ਤੁਸੀਂ ਅਗਲੇ ਦੰਦਾਂ ਉੱਤੇ ਆ ਜਾਂਦੇ ਹੋ, ਅਗਲੇ ਦੰਦ ਜਿਹੜੇ ਕਿ ਜਦੋਂ ਅਸੀਂ ਸਮਾਈਲ ਕਰਦੇ ਹਾਂ ਉਦੋਂ ਨਜ਼ਰ ਆਉਂਦੇ ਹਨ। ਸੋ ਤੁਸੀਂ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਇਹਨਾਂ ਉੱਤੇ ਅਸੀਂ ਅੱਗੇ ਪਿੱਛੇ ਨਹੀਂ ਉੱਪਰ ਥੱਲੇ ਬ੍ਰਸ਼ ਕਰਦੇ ਹਾਂ। ਸੋ ਆਈ ਥਿੰਕ ਇਹ ਸਾਰੇ ਬੱਚਿਆਂ ਨੂੰ ਪਤਾ ਹੈ, ਠੀਕ ਹੈ। ਜਦੋਂ ਤੁਸੀਂ ਅਗਲੇ ਦੰਦਾਂ ਤੇ ਬ੍ਰਸ਼ ਕਰਨਾ ਹੈ ਤਾਂ ਹਮੇਸ਼ਾ ਹੀ ਉੱਪਰ ਥੱਲੇ ਕਰਨਾ ਹੈ, ਫਿਰ ਪਿਛਲੇ ਦੰਦਾਂ ਤੇ ਆ ਕੇ ਅੱਗੇ ਪਿੱਛੇ ਬ੍ਰਸ਼ ਕਰਨਾ ਹੈ। ਬਹੁਤ ਹੀ ਜ਼ਰੂਰੀ ਚੀਜ਼ ਹੈ ਜੋ ਤੁਸੀਂ ਆਖਰੀ ਇਮੇਜ ਵਿੱਚ ਦੇਖ ਸਕਦੇ ਹੋ। ਦੰਦਾਂ ਨੂੰ ਬ੍ਰਸ਼ ਕਰਨ ਦੇ ਉਪਰੰਤ ਜੀਭ ਨੂੰ ਸਾਫ਼ ਕਰਨਾ ਬਹੁਤ ਹੀ ਜ਼ਰੂਰੀ ਹੈ। ਤੁਸੀਂ ਸਾਰੇ ਸੋਚ ਰਹੇ ਹੋਗੇ ਮੈਂ ਇਦਾਂ ਕਿਉਂ ਕਹਿ ਰਹੀ ਹਾਂ। ਉਹਦਾ ਕਾਰਨ ਇਹ ਹੈ ਕਿ ਜੋ ਕੀਟਾਣੂ ਜੀਭ ਤੇ ਮੌਜੂਦ ਹੁੰਦੇ ਹਨ ਉਹ ਸਾਡੇ ਮੂੰਹ ਵਿੱਚ ਸੜਨ ਦੀ ਬਦਬੂ ਪੈਦਾ ਕਰਦੇ ਹਨ। ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਮੂੰਹ ਵਿੱਚੋਂ ਇੱਕ ਬਦਬੂ ਜਾਂ ਸੜਨ ਦੀ ਸਮੈਲ ਆ ਰਹੀ ਹੁੰਦੀ ਹੈ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਮੂੰਹ ਵਿੱਚੋਂ ਬਦਬੂ ਦੀ ਪ੍ਰੋਬਲਮ ਨਾ ਆਏ, ਉਹਦਾ ਇੱਕ ਇਲਾਜ ਇਹ ਹੈ ਕਿ ਹਮੇਸ਼ਾ ਦੰਦ ਬ੍ਰਸ਼ ਕਰਨ ਤੋਂ ਉਪਰੰਤ ਆਪਣੇ ਟੂਥਬ੍ਰਸ਼ ਦੇ ਨਾਲ ਜੀਭ ਨੂੰ ਵੀ ਸਾਫ਼ ਕੀਤਾ ਜਾਏ। ਸੋ ਇਹ ਚੀਜ਼ਾਂ ਬੱਚੇ ਸਾਰੇ ਜ਼ਰੂਰ ਯਾਦ ਰੱਖਣ। ਦੰਦਾਂ ਤੋਂ ਬਾਅਦ ਜੀਭ ਦੀ ਸਫਾਈ ਬਹੁਤ ਜ਼ਰੂਰੀ ਹੈ। ਪਿਛਲੇ ਦੰਦਾਂ ਤੇ ਬ੍ਰਸ਼, ਤਿੰਨ ਦੰਦਾਂ ਤੇ ਇੱਕ ਟਾਈਮ ਤੇ ਬ੍ਰਸ਼ ਰੱਖ ਕੇ ਅੱਗੇ ਪਿੱਛੇ 20 ਵਾਰ ਕਰਨਾ ਹੈ ਔਰ ਜਿਹੜੇ ਅਗਲੇ ਦੰਦ ਹਨ ਉਹਨਾਂ ਤੇ ਉੱਪਰ ਥੱਲੇ ਦੀ ਤਰਫ ਬ੍ਰਸ਼ ਕਰਨਾ ਹੈ। ਸੋ ਜਿੱਦਾਂ ਕਿ ਅਸੀਂ ਪਹਿਲੇ ਵੀ ਗੱਲ ਕੀਤੀ ਸੀਗੀ ਕਿ ਡੈਂਟਲ ਫਿਲਿੰਗ ਜਾਂ ਦੰਦਾਂ ਦੀ ਭਰਾਈ ਕੀ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਜੋ ਇਮੇਜ ਹੈ ਉਹਦੇ ਵਿੱਚ ਦੰਦਾਂ ਵਿੱਚ ਸੜਨ ਹੈ। ਜੋ ਕਾਲੇ ਰੰਗ ਦਾ ਦਾਗ ਤੁਹਾਨੂੰ ਨਜ਼ਰ ਆ ਰਿਹਾ ਹੈ ਉਹ ਸੜਨ ਹੈ। ਜਦੋਂ ਵੀ ਤੁਸੀਂ ਦੰਦਾਂ ਦੇ ਮਾਹਿਰ ਡਾਕਟਰ ਕੋਲ ਇਹ ਸੜਨ ਦੇ ਨਾਲ ਜਾਓਗੇ, ਉਹ ਉਸ ਸੜਨ ਵਾਲੇ ਹਿੱਸੇ ਨੂੰ ਕੱਢ ਕੇ ਔਰ ਫਿਲਿੰਗ ਕਰੇਗਾ। ਫਿਲਿੰਗ ਦੇ ਬਹੁਤ ਸਾਰੇ ਮਟੀਰੀਅਲ ਹੁੰਦੇ ਹਨ, ਬਹੁਤ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਡੀ ਆਖਰੀ ਪਿਕਚਰ ਹੈ ਉਹਦੇ ਵਿੱਚ ਦੰਦ ਬਿਲਕੁਲ ਠੀਕ ਹੈ, ਜਿੱਦਾਂ ਪਹਿਲੇ ਸੀ ਸਫੇਦ ਔਰ ਤੰਦਰੁਸਤ ਉਦਾਂ ਹੀ ਹੈ। ਸੋ ਅੱਜ ਕੱਲ੍ਹ ਦੇ ਜੋ ਮਟੀਰੀਅਲਸ ਹਨ ਉਹ ਦੰਦਾਂ ਦੇ ਰੰਗ ਦੇ ਹੁੰਦੇ ਹਨ। ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਕਿ ਤੁਹਾਡੇ ਦੰਦ, ਜਿੱਦਾਂ ਪਹਿਲੇ ਚਾਂਦੀ ਭਰ ਦਿੰਦੇ ਸੀ, ਪਤਾ ਲੱਗ ਜਾਂਦਾ ਸੀ ਕਿ ਦੰਦਾਂ ਦੀ ਸੜਨ ਹੈ ਔਰ ਭਰਾਈ ਕੀਤੀ ਗਈ ਹੈ। ਅੱਜ ਕੱਲ੍ਹ ਉਦਾਂ ਨਹੀਂ ਹੁੰਦਾ। ਦੰਦਾਂ ਦੇ ਰੰਗ ਦੇ ਹੀ ਮਟੀਰੀਅਲ ਆਉਂਦੇ ਹਨ ਔਰ ਦੰਦ ਬਿਲਕੁਲ ਉਦਾਂ ਹੀ ਤੰਦਰੁਸਤ ਹੋ ਜਾਂਦਾ ਹੈ ਜਿੱਦਾਂ ਸੜਨ ਤੋਂ ਪਹਿਲਾਂ ਸੀ। ਸੋ ਮੇਰਾ ਜੋ ਆਖਰੀ ਟੌਪਿਕ ਹੈ ਜਿਹਦੇ ਬਾਰੇ ਮੈਂ ਅੱਜ ਤੁਹਾਡੇ ਸਾਰੇ ਬੱਚਿਆਂ ਨਾਲ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਡੈਂਟਲ ਟਰਾਮਾ। ਤੁਸੀਂ ਦੇਖ ਸਕਦੇ ਹੋ ਇਸ ਸਲਾਈਡ ਵਿੱਚ ਕਿ ਸਾਈਕਲ ਗਿਰਿਆ ਹੈ ਔਰ ਇੱਕ ਬੱਚਾ ਥੱਲੇ ਜ਼ਮੀਨ ਤੇ ਰੋਡ ਤੇ ਗਿਰ ਗਿਆ ਹੈ। ਸੋ ਸ਼ਾਇਦ ਤੁਹਾਡੇ ਸਾਰਿਆਂ ਵਿੱਚੋਂ ਵੀ ਬਹੁਤ ਬੱਚਿਆਂ ਨਾਲ ਇਹ ਹੋਇਆ ਹੋਵੇਗਾ ਕਿ ਅਸੀਂ ਸਕੂਲ ਵਿੱਚ ਖੇਡ ਰਹੇ ਹੁੰਦੇ ਹਾਂ ਜਾਂ ਸ਼ਾਮ ਨੂੰ ਘਰ ਤੋਂ ਬਾਹਰ ਖੇਡ ਰਹੇ ਹੁੰਦੇ ਹਾਂ, ਕਿਸੇ ਨੇ ਧੱਕਾ ਦਿੱਤਾ ਜਾਂ ਕੋਈ ਰਗੜ ਲੱਗੀ ਔਰ ਸਾਡੇ ਦੰਦ ਜਾਂ ਤਾਂ ਪੂਰਾ ਹੀ ਨਿਕਲ ਕੇ ਮੂੰਹ ਚੋਂ ਬਾਹਰ ਆ ਜਾਂਦਾ ਹੈ ਜਾਂ ਉਹਦਾ ਇੱਕ ਛੋਟਾ ਟੁਕੜਾ ਟੁੱਟ ਜਾਂਦਾ ਹੈ। ਇਸ ਨੂੰ ਅਸੀਂ ਡੈਂਟਲ ਟਰਾਮਾ ਆਖਦੇ ਹਾਂ। ਇਹ ਬਹੁਤ ਸੀਰੀਅਸ ਚੀਜ਼ ਹੈ। ਮਾਂ ਪਿਓ ਬਹੁਤ ਡਰ ਜਾਂਦੇ ਹਨ ਕਿਉਂਕਿ ਜਦੋਂ ਇੱਕ ਦੰਦ ਟੁੱਟਦਾ ਹੈ ਤਾਂ ਉਹ ਬੱਚੇ ਦੇ ਮੂੰਹ 'ਚੋਂ ਬਹੁਤ ਖੂਨ ਆ ਰਿਹਾ ਹੁੰਦਾ ਹੈ। ਉਸ ਟਾਈਮ ਬੱਚੇ ਦੇ ਮੂੰਹ 'ਤੇ ਜਾਂ ਉਹਦੇ ਬੁੱਲਾਂ 'ਤੇ ਸੋਜਾ ਵੀ ਹੁੰਦਾ ਹੈ। ਸੋ ਪੇਰੈਂਟਸ ਨੂੰ ਇੱਕ ਬੜੀ ਹੀ ਡਰ ਵਾਲੀ ਇਹ ਸਿਚੁਏਸ਼ਨ ਬਣ ਜਾਂਦੀ ਹੈ ਔਰ ਬੜੀ ਸੀਰੀਅਸ ਵੀ ਹੁੰਦੀ ਹੈ। ਸੋ ਇੱਥੇ ਮੈਂ ਬੱਚਿਆਂ ਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣ ਨੂੰ ਕਹੂੰਗੀ। ਪਹਿਲੀ ਗੱਲ, ਡੈਂਟਲ ਟਰਾਮਾ 2 ਸਾਲ ਦੇ ਬੱਚੇ ਤੋਂ 18 ਸਾਲ ਦੇ ਬੱਚੇ ਤੱਕ ਹੋ ਸਕਦਾ ਹੈ ਔਰ ਕੁਝ ਚੀਜ਼ਾਂ ਹਨ ਜੇ ਡੈਂਟਲ ਟਰਾਮਾ ਹੋ ਜਾਏ,
कोई रगड़ लग जाए या दंद पूरा दा पूरा बाहर निकल जाए या कुछ टुकड़ा दंद दा टुट जाए ਤਾਂ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਉਸ ਦੰਦ ਨੂੰ ਬਚਾ ਸਕਦੇ ਹਾਂ। ਇਹ ਜੋ ਚੀਜ਼ਾਂ ਹਨ ਇਹ ਸਿਰਫ ਬੱਚੇ ਹੀ ਨਹੀਂ, ਜੋ ਸਕੂਲ ਦੇ ਅਧਿਆਪਕ ਹਨ ਜੋ ਅੱਜ ਐਡੂਸੈਟ ਟੈਲੀਕਾਸਟ ਸੁਣ ਰਹੇ ਹਨ, ਇਹ ਜੋ ਪੁਆਇੰਟਸ ਹਨ ਉਹਨਾਂ ਲਈ ਵੀ ਹਨ, ਅਧਿਆਪਕ ਗਣ ਲਈ ਵੀ ਹਨ, ਜਾਂ ਕੋਈ ਵੀ ਜੋ ਸਕੂਲ ਦਾ ਸਟਾਫ ਹੈ ਜੋ ਉਸ ਵੇਲੇ ਮੌਜੂਦ ਹੈ ਜਦੋਂ ਇਹ ਡੈਂਟਲ ਟਰਾਮਾ ਹੋਇਆ, ਜਦੋਂ ਬੱਚਾ ਗਿਰਿਆ ਤੇ ਉਹਦਾ ਦੰਦ ਟੁੱਟਿਆ ਹੈ। ਸੋ ਕੁਝ ਚੀਜ਼ਾਂ ਦਾ ਤੁਸੀਂ ਸਭ ਖਿਆਲ ਰੱਖੋ। ਪਹਿਲੀ ਚੀਜ਼ ਇਹ ਹੈ ਕਿ ਜਦੋਂ ਵੀ ਦੰਦ ਪੂਰਾ ਦਾ ਪੂਰਾ ਜਾਂ ਮੂੰਹ ਵਿੱਚੋਂ ਬਾਹਰ ਆ ਗਿਆ ਹੈ ਜਾਂ ਉਹਦਾ ਟੁਕੜਾ ਟੁੱਟ ਕੇ ਗਿਰ ਗਿਆ ਹੈ, ਉਸ ਟੁਕੜੇ ਨੂੰ ਜਾਂ ਦੰਦ ਨੂੰ ਜ਼ਮੀਨ ਤੋਂ ਚੱਕ ਕੇ ਕਦੀ ਵੀ ਧੋਣਾ ਨਹੀਂ ਹੈ। ਪਹਿਲੀ ਚੀਜ਼ ਅਸੀਂ ਹਮੇਸ਼ਾ ਇਹ ਕਰਦੇ ਹਾਂ, ਦੰਦ ਥੱਲੇ ਗਿਰਿਆ, ਇਹਦੇ ਤੇ ਤਾਂ ਮਿੱਟੀ ਲੱਗ ਗਈ ਜਾਂ ਘਾਹ ਦੇ ਕੁਝ ਉਹ ਲੱਗ ਗਏ ਹਨ, ਔਰ ਅਸੀਂ ਕੀ ਕਰਦੇ ਹਾਂ, ਉਹਨੂੰ ਬਹੁਤ ਚੰਗੀ ਤਰ੍ਹਾਂ ਕੱਪੜੇ ਨਾਲ ਸਾਫ਼ ਕਰ ਦਿੰਨੇ ਹਾਂ ਜਾਂ ਉਹਨੂੰ ਧੋ ਦਿੰਨੇ ਹਾਂ। ਇੱਦਾਂ ਕਦੀ ਵੀ ਨਹੀਂ ਕਰਨਾ। ਜੇ ਦੰਦ ਮੈਲਾ ਵੀ ਹੋ ਗਿਆ ਹੈ, ਤੁਹਾਨੂੰ ਦਿਸ ਰਿਹਾ ਹੈ ਕਿ ਇਹਦੇ ਉੱਤੇ ਮਿੱਟੀ ਲੱਗ ਗਈ ਹੈ, ਫਿਰ ਵੀ ਉਹਨੂੰ ਹੱਥ ਨਾ ਲਗਾਓ। ਬਹੁਤ ਹੀ ਹਲਕੇ ਹੱਥਾਂ ਨਾਲ ਉਸ ਦੰਦ ਨੂੰ ਚੱਕੋ। ਇੱਕ ਸਾਫ਼ ਸਟੀਲ ਦਾ ਜਾਂ ਪਲਾਸਟਿਕ ਦਾ ਗਲਾਸ ਲਓ, ਉਹਦੇ ਵਿੱਚ ਥੋੜਾ ਜਿਹਾ ਦੁੱਧ ਪਾਓ। ਉਹ ਦੁੱਧ ਗਰਮ ਨਹੀਂ ਹੋਣਾ ਚਾਹੀਦਾ, ਬਿਲਕੁਲ ਰੂਮ ਟੈਂਪਰੇਚਰ ਵਾਲਾ ਹੋਣਾ ਚਾਹੀਦਾ ਹੈ। ਔਰ ਉਸ ਜੋ ਦੰਦ ਹੈ ਜਾਂ ਦੰਦ ਦਾ ਟੁਕੜਾ ਹੈ ਉਸਨੂੰ ਉਸ ਗਲਾਸ ਵਿੱਚ ਪਾ ਦਿਓ ਔਰ ਤੁਰੰਤ ਉਸ ਬੱਚੇ ਨੂੰ ਔਰ ਉਸ ਦੰਦ ਨੂੰ ਜਾਂ ਦੰਦ ਦੇ ਟੁਕੜੇ ਨੂੰ ਲੈ ਕੇ ਦੰਦਾਂ ਦੇ ਮਾਹਿਰ ਡਾਕਟਰ ਕੋਲ ਪਹੁੰਚ ਜਾਓ। ਦੰਦਾਂ ਦੇ ਮਾਹਿਰ ਡਾਕਟਰ ਕੋਲ ਜੇ ਤੁਸੀਂ 30 ਮਿੰਟ ਦੇ ਅੰਦਰ ਪਹੁੰਚ ਜਾਓਗੇ ਤਾਂ ਬਹੁਤ ਜ਼ਿਆਦਾ ਚਾਂਸਸ ਨੇ ਕਿ ਤੁਸੀਂ ਉਸ ਦੰਦ ਨੂੰ ਜਾਂ ਉਸ ਬੱਚੇ ਦੀ ਜੋ ਸੋਹਣੀ ਮੁਸਕਰਾਹਟ ਹੈ ਉਸ ਨੂੰ ਬਚਾ ਪਾਓਗੇ। ਸੋ ਟਾਈਮ ਯਾਦ ਰੱਖਣਾ ਹੈ ਕਿ 30 ਮਿੰਟ ਦੇ ਅੰਦਰ ਉਸ ਬੱਚੇ ਨੂੰ ਔਰ ਉਸ ਦੰਦ ਨੂੰ ਲੈ ਕੇ ਦੰਦਾਂ ਦੇ ਮਾਹਿਰ ਡਾਕਟਰ ਕੋਲ ਪਹੁੰਚਣਾ ਹੈ। ਦੂਸਰੀ ਚੀਜ਼, ਉਸ ਦੰਦ ਨੂੰ ਰਗੜਨਾ ਨਹੀਂ ਹੈ, ਸਾਫ਼ ਨਹੀਂ ਕਰਨਾ, ਜ਼ਿਆਦਾ ਜਗ੍ਹਾ ਤੋਂ ਹੱਥ ਲਗਾ ਕੇ ਨਹੀਂ ਦੇਖਣਾ, ਸਿਰਫ ਹਲਕੇ ਹੱਥ ਨਾਲ ਚੱਕ ਕੇ ਇੱਕ ਸਾਫ਼ ਸਟੀਲ ਦੇ ਜਾਂ ਪਲਾਸਟਿਕ ਦੇ ਗਲਾਸ ਵਿੱਚ ਠੰਡਾ ਦੁੱਧ ਪਾ ਕੇ ਉਸ ਵਿੱਚ ਪਾ ਦੇਣਾ ਹੈ। ਕੱਪੜੇ ਵਿੱਚ, ਕਾਟਨ ਵਿੱਚ, ਇਹਨਾਂ ਚੀਜ਼ਾਂ ਵਿੱਚ ਡਰਾਈ ਤਰੀਕੇ ਨਾਲ ਕਦੀ ਵੀ ਲੈ ਕੇ ਉਸ ਦੰਦ ਨੂੰ ਨਾ ਪਹੁੰਚੋ। ਹਮੇਸ਼ਾ ਦੁੱਧ ਦੇ ਥੋੜ੍ਹੇ ਜਿਹੇ ਦੁੱਧ ਲੈ ਕੇ ਉਸ ਗਲਾਸ ਵਿੱਚ ਦੰਦ ਨੂੰ ਪਾਓ। ਜੇ ਕਈ ਵਾਰ ਅਸੀਂ ਇੱਦਾਂ ਹੁੰਦਾ ਹੈ ਸਕੂਲ ਵਿੱਚ ਦੁੱਧ ਨਹੀਂ ਹੈ, ਸੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਜਿਸ ਬੱਚੇ ਨੂੰ ਸੱਟ ਲੱਗੀ ਹੈ ਉਸ ਨੂੰ ਕਿਹਾ ਜਾ ਸਕਦਾ ਹੈ ਕਿ ਜੋ ਗਲਾਸ ਹੈ ਉਸ ਵਿੱਚ ਥੋੜਾ ਜਿਹਾ ਥੁੱਕ ਸਕਦਾ ਹੈ, ਉਸ ਥੁੱਕ ਵਿੱਚ ਤੁਸੀਂ ਉਸ ਟੁੱਥ ਨੂੰ ਟਰਾਂਸਪੋਰਟ ਕਰ ਸਕਦੇ ਹੋ। ਸੋ ਇਹ ਚੀਜ਼ਾਂ ਦਾ ਜੇ ਤੁਸੀਂ ਧਿਆਨ ਰੱਖੋਗੇ ਤਾਂ ਜੋ ਬੱਚਾ ਹੈ ਉਸ ਦੀ ਮੁਸਕਰਾਹਟ ਨੂੰ ਬਚਾ ਪਾਓਗੇ। ਉਹ ਜੋ ਦੰਦ ਟੁੱਟ ਕੇ ਗਿਰ ਗਿਆ ਹੈ ਉਸ ਨੂੰ ਦੰਦਾਂ ਦਾ ਮਾਹਿਰ ਡਾਕਟਰ ਦੁਬਾਰਾ ਮੂੰਹ ਵਿੱਚ ਲਗਾ ਕੇ ਬਚਾ ਪਾਏਗਾ। ਸੋ ਜੇ ਤੁਸੀਂ ਸਾਰੇ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਕਿਸੇ ਵੀ ਬੱਚੇ ਦੀ ਮੁਸਕਰਾਹਟ ਖਰਾਬ ਨਹੀਂ ਹੋਏਗੀ, ਹਮੇਸ਼ਾ ਹੀ ਸਵਸਥ ਰਹੇਗੀ। ਸੋ ਇਹ ਮੇਰੀ ਆਖਰੀ ਸਲਾਈਡ ਸੀ। ਇਹਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਂਦੀ ਹਾਂ ਔਰ ਮੈਂ ਆਸ਼ਾ ਕਰਦੀ ਹਾਂ ਕਿ ਇਹ ਜੋ ਜਾਣਕਾਰੀ ਅੱਜ ਅਸੀਂ ਮੂੰਹ ਦੀ ਸਿਹਤ ਬਾਰੇ ਸਾਂਝੀ ਕੀਤੀ ਹੈ ਉਹ ਸਾਰੇ ਹੀ ਬੱਚੇ ਤੁਸੀਂ ਯਾਦ ਰੱਖੋਗੇ ਔਰ ਇਹ ਜਾਣਕਾਰੀ ਆਪਣੇ ਤੱਕ ਨਹੀਂ ਰੱਖੋਗੇ, ਆਪਣੇ ਆਸ-ਪਾਸ ਦੇ ਜੋ ਤੁਹਾਡੇ ਨਾਲ ਬੱਚੇ ਖੇਡਦੇ ਹਨ, ਤੁਹਾਡੇ ਪੜੋਸੀ ਹਨ, ਮਾਤਾ ਪਿਤਾ, ਦਾਦਾ ਦਾਦੀ, ਨਾਨਾ ਨਾਨੀ, ਸਭ ਨੂੰ ਦੱਸੋਗੇ ਤਾਂ ਕਿ ਸਿਰਫ ਤੁਹਾਡਾ ਹੀ ਮੂੰਹ ਸਵਸਥ ਨਾ ਰਹੇ ਲੇਕਿਨ ਤੁਹਾਡੇ ਸਾਰਿਆਂ ਦਾ ਰਹੇ। ਔਰ ਆਖਿਰ ਵਿੱਚ ਮੈਂ ਉਹ ਮੂਲ ਮੰਤਰ ਰਿਪੀਟ ਕਰਨਾ ਚਾਹੂੰਗੀ ਜੋ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ। ਇੱਕ ਸਵਸਥ ਮੂੰਹ ਦਾ ਆਧਾਰ ਕੀ ਹੈ? ਬ੍ਰਸ਼ ਦਿਨ ਵਿੱਚ 2 ਵਾਰ, 2 ਮਿੰਟ ਹਰ ਵਾਰ। ਸਤਿ ਸ਼੍ਰੀ ਅਕਾਲ, ਥੈਂਕ ਯੂ।